ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਇ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਇ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਇ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਰਬ ਕਲਾ ਸਮਰੱਥ, ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦੇ ਇਸ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ, ਜੋ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1429 ਉੱਪਰ ਇਹ ਬਾਣੀ ਸ਼ਲੋਕਾਂ ਦੇ ਰੂਪ ਵਿੱਚ ਸੁਭਾਏਮਾਨ ਹੈ। ਅਖੀਰਲੇ ਦੋਵੇਂ ਸ਼ਲੋਕ 56 ਔਰ 57 ਨੰਬਰ, ਇਹਨਾਂ ਵਚਨਾਂ ਦੀ ਅੱਜ ਵਿਚਾਰ ਕਰਨ ਦਾ ਯਤਨ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਬਹੁਤੀ ਬਾਣੀ ਵਿੱਚ, ਜਿਹਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਸ਼ਬਦ ਹਨ, ਸ਼ਲੋਕ ਹਨ, ਇੱਕ ਗੱਲ 'ਤੇ ਵਾਰ-ਵਾਰ ਸਤਿਗੁਰੂ ਨੇ ਜ਼ੋਰ ਦਿੱਤਾ ਹੈ ਕਿ ਇਸ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ ਹੈ। ਸਾਰੀ ਹੀ ਬਾਣੀ ਸੰਸਾਰ ਦੀ ਨਾਸ਼ਮਾਨਤਾ, ਵੈਰਾਗ ਦੀ ਦਸ਼ਾ, ਉਦਾਸੀ ਵਿੱਚ ਔਰ ਮੌਤ ਨੂੰ ਸਾਹਮਣੇ ਵੇਖਦਿਆਂ ਉਚਾਰੀ ਗਈ। ਇੰਜ ਲੱਗਦਾ ਇਸ ਬਾਣੀ ਨੂੰ ਉਚਾਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖੁਦ ਆਪ ਮੌਤ ਦਾ ਪ੍ਰਯੋਗ ਕੀਤਾ ਹੈ, ਕਿਉਂਕਿ ਮੌਤ ਤੋਂ ਸਾਰਾ ਸੰਸਾਰ ਭੈ-ਭੀਤ ਹੈ। ਸੰਕਟ ਭਾਵੇਂ ਕਿਤਨੇ ਸੰਸਾਰ ਦੇ ਹਨ,
ਗਰੀਬੀ ਦਾ ਸੰਕਟ ਹੈ, ਬੇਇੱਜ਼ਤੀ ਦਾ ਸੰਕਟ ਹੈ, ਸਰੀਰ ਦੀ ਅਰੋਗਤਾ ਦਾ ਵੀ ਸੰਕਟ ਹੈ, ਹੋਰ ਕਿਤਨੇ ਕੁ ਸੰਕਟ, ਕਿਤਨੇ ਕੁ ਦੁੱਖ ਨੇ ਸੰਸਾਰ ਦੇ ਅੰਦਰ। ਪਰ ਉਹਨਾਂ ਦੇ ਸਾਰੇ ਦੁੱਖਾਂ ਵਿੱਚੋਂ ਇੱਕ ਸਭ ਤੋਂ ਵੱਡਾ ਦੁੱਖ ਹੈ ਮੌਤ। ਦੂਸਰਿਆਂ ਦਾ ਤੇ ਕਿਤੇ ਨਾ ਕਿਤੇ ਦਾਰੂ ਵੀ ਹੈ। ਉਹ ਦੁੱਖ ਸੰਸਾਰ ਦੇ ਕਿਸੇ ਨੂੰ ਆਉਂਦੇ ਨੇ, ਕਿਸੇ ਨੂੰ ਨਹੀਂ ਆਉਂਦੇ। ਉਹ ਸਾਰਿਆਂ ਵਾਸਤੇ ਨਹੀਂ। ਸਰੀਰਕ ਰੋਗ ਸਾਰਿਆਂ ਨੂੰ ਨਹੀਂ ਲੱਗਦੇ। ਗਰੀਬ ਸਾਰੇ ਨਹੀਂ ਹਨ। ਚਿੰਤਾ ਵਿੱਚ ਸਾਰੇ ਲੋਕ ਨਹੀਂ ਪੈਂਦੇ। ਪਰ ਇੱਕ ਗੱਲ ਪੂਰੀ ਯਕੀਨਨ ਹੈ ਕਿ ਮੌਤ ਦਾ ਸ਼ਿਕਾਰ ਹਰ ਇੱਕ ਮਨੁੱਖ, ਹਰ ਇੱਕ ਜੀਵ ਹੁੰਦਾ ਹੈ। ਇਹ ਸਾਂਝਾ ਦੁੱਖ ਹੈ। ਇਹ ਕਿਸੇ ਇਕੱਲੇ ਵਾਸਤੇ ਨਹੀਂ, ਦੋ ਵਾਸਤੇ ਨਹੀਂ, ਹਜ਼ਾਰਾਂ ਵਾਸਤੇ ਨਹੀਂ। ਔਰ ਕਈ ਰੋਗ ਜਿਹੜੇ ਸਿਰਫ ਇਸ ਸਦੀ ਵਿੱਚ ਪੈਦਾ ਹੋਏ, ਹਜ਼ਾਰਾਂ ਸਾਲਾਂ ਤੋਂ ਇਸ ਧਰਤੀ 'ਤੇ ਨਹੀਂ ਸਨ। ਪਿਛਲੇ ਲੋਕ ਉਸ ਦੁੱਖ ਤੋਂ ਪੀੜਤ ਨਹੀਂ ਰਹੇ, ਪਰ ਮੌਤ ਦਾ ਦੁੱਖ ਜਿੱਦਣ ਤੋਂ ਸੰਸਾਰ ਬਣਿਆ, ਉਸ ਦਿਨ ਤੋਂ ਇਸ ਧਰਤੀ 'ਤੇ ਮੌਜੂਦ ਹੈ। ਸਾਰਿਆਂ ਤੋਂ ਵੱਡਾ ਦੁੱਖ ਹੈ ਕਿ ਆਦਮੀ ਮਿਟ ਜਾਂਦਾ ਹੈ, ਬੁਲਬੁਲੇ ਵਾਂਗ ਟੁੱਟਦਾ ਹੈ, ਰੇਤ ਦੀ ਕੰਧ ਵਾਂਗੂ ਡਿੱਗ ਪੈਂਦਾ ਹੈ, ਆਕਾਸ਼ ਵਿੱਚ ਧੂੰਏਂ ਵਾਂਗ ਬਣੇ ਹੋਏ ਬੱਦਲਾਂ ਵਾਂਗ ਉੱਡ ਜਾਂਦਾ ਹੈ, ਘਾਹ ਦੀ ਅੰਗ ਵਾਂਗੂ ਮੱਚ ਕੇ ਸਮਾਪਤ ਹੋ ਜਾਂਦਾ ਹੈ। ਹੋਰ ਕਿੰਨੇ ਕੁ ਰੁੱਖ ਦੀ ਛਾਂ ਦੇ ਉਦਾਹਰਨ ਸਤਿਗੁਰੂ ਨੇ ਦਿੱਤੇ ਔਰ ਕਹਿ ਦਿੱਤਾ, ਕਹਿ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਹੁਣ ਇੱਥੋਂ ਤੱਕ ਸਿਰਫ ਮੌਤ ਦੀ ਵਿਆਖਿਆ ਹੈ। ਸਤਿਗੁਰੂ ਨੇ ਇਸ ਸੰਕਟ ਦਾ, ਇਸ ਦੁੱਖ ਦੀ ਵਿਆਖਿਆ ਜਦੋਂ ਕੀਤੀ ਤੇ ਫਿਰ ਇਹਦਾ ਇਲਾਜ ਦੱਸਿਆ। ਇਲਾਜ ਬੜਾ ਅਜੀਬ ਹੈ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਲੱਖਣਤਾ ਹੀ ਇਹ ਲਿਖੀ ਗਈ ਹੈ ਕਿ ਆਦਮੀ ਮੌਤ ਤੋਂ ਬਚ ਸਕਦਾ ਹੈ, ਮੌਤ ਤੋਂ ਉੱਚਾ ਉੱਠ ਸਕਦਾ ਹੈ। ਪਹਿਲਾਂ ਕਿਹਾ ਖਤਮ ਹੋ ਜਾਏਗਾ ਸਾਰਾ ਕੁਝ, ਪਰ ਜਦੋਂ ਅਖੀਰਲੇ ਦੋਵੇਂ ਸ਼ਲੋਕ ਆਏ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕਦਮ ਵਿਚਾਰ ਪਲਟ ਦਿੱਤੀ। 3 ਵਾਰੀ ਰਹਿਓ ਸ਼ਬਦ ਵਰਤਿਆ। ਪਹਿਲੀ ਵਾਰੀ ਤੇ ਸੈਂਕੜੇ ਵਾਰੀ ਕਿਹਾ ਕੁਝ ਨਹੀਂ ਰਹੇਗਾ, ਕੁਝ ਨਹੀਂ ਰਹੇਗਾ, ਅੱਜ ਤੋਂ ਪਹਿਲੇ ਨਹੀਂ ਰਹੇ, ਅੱਜ ਵਾਲੇ ਨਹੀਂ, ਆਉਣ ਵਾਲੇ ਨਹੀਂ ਰਹਿਣਗੇ। ਪਰ ਜਦੋਂ ਅਖੀਰਲੇ ਦੋਵੇਂ ਸ਼ਲੋਕ ਆਏ, ਉੱਥੇ ਇੱਕਦਮ ਵਿਚਾਰ ਪਲਟ ਕੇ ਕਹਿ ਦਿੱਤਾ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਇਹ ਜੀਵਤ ਰਹਿਣਗੇ। ਮੌਤ ਤੋਂ ਪਾਰ ਜਾਣ ਦੀ ਗੱਲ ਕਰ ਦਿੱਤੀ। ਤਾਂ ਫਿਰ ਸਾਰੀ ਬਾਣੀ ਵਿੱਚ ਇੱਕੋ ਹੀ ਤਰੀਕਾ ਦੱਸਿਆ ਕਿ ਇਸ ਸੰਕਟ ਨੂੰ ਤੂੰ ਤਾਂ ਮਿਟਾ ਸਕੇਂਗਾ, ਮੌਤ ਨੂੰ, ਕਿ ਤੇਰੀ ਸਰੀਰਕ ਮੌਤ ਹੋਣ ਤੋਂ ਪਹਿਲਾਂ ਤੇਰੀ ਵਾਸ਼ਨਾ ਦੀ ਮੌਤ ਹੋਣੀ ਚਾਹੀਦੀ ਹੈ। ਜੇ ਤੂੰ ਬਚਣਾ, ਬਚਣ ਦਾ ਹੋਰ ਕੋਈ ਸਾਧਨ ਨਹੀਂ ਹੈ। ਤੇਰੇ ਸਰੀਰ ਦੇ ਖਾਤਮੇ ਤੋਂ ਪਹਿਲਾਂ ਤੇਰੀ ਹਉਮੈ ਦੀ ਅਰਥੀ ਨਿਕਲਣੀ ਚਾਹੀਦੀ ਹੈ। ਸਰੀਰ ਦੀ ਅਰਥੀ ਨਿਕਲਣ ਤੋਂ ਪਹਿਲਾਂ ਤੇਰੀ ਹਉਮੈ ਨੂੰ ਦਾ ਸੰਸਕਾਰ ਹੋ ਜਾਣਾ ਚਾਹੀਦਾ ਹੈ, ਉਹਦਾ ਭੋਗ ਪੈ ਜਾਣਾ ਚਾਹੀਦਾ ਹੈ। ਤੇਰੇ ਸਰੀਰ ਦੇ ਮਰਨ ਤੋਂ ਪਹਿਲਾਂ ਤੇਰੀ ਵਾਸ਼ਨਾ ਦੀ ਸਮਾਪਤੀ ਹੋ ਜਾਣੀ ਚਾਹੀਦੀ। ਸਰੀਰ ਦੇ ਜਾਣ ਤੋਂ ਪਹਿਲਾਂ ਕ੍ਰੋਧ ਖਤਮ ਹੋ ਜਾਣਾ ਚਾਹੀਦਾ ਹੈ। ਸਰੀਰ ਦੇ ਜਾਣ ਤੋਂ ਪਹਿਲਾਂ ਈਰਖਾ, ਲੋਭ, ਮੋਹ, ਹੰਕਾਰ। ਜੇ ਇਸ ਦੇਹ ਦੇ ਜਾਣ ਤੋਂ ਪਹਿਲਾਂ ਤੂੰ ਇਹਨਾਂ ਚੀਜ਼ਾਂ ਨੂੰ ਖਤਮ ਕਰ ਗਿਓ, ਗੁਰੂ ਦੀ ਕਿਰਪਾ ਨਾਲ ਇਹਨਾਂ ਦੀ ਸਮਾਪਤੀ ਕਰ ਗਿਓ, ਤੇ ਮੌਤ ਤੇਰੇ ਘਰ ਤੱਕ ਨਹੀਂ ਆ ਸਕੇਗੀ। ਸਦਾ ਜੀਵਤ ਹੋਣ ਦੀ ਇਹ ਕਿਰਿਆ, ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕੀਤਾ ਹੈ, ਉਹ ਮੌਤ ਤੋਂ ਪਾਰ ਚਲੇ ਗਏ ਨੇ। ਉਹਨਾਂ ਨੂੰ ਮੌਤ ਮਾਰ ਨਹੀਂ ਸਕੀ। ਪਰ ਜਿਹੜੇ ਆਪਾਂ ਲੋਕ ਇਹਨਾਂ ਦੇ ਵਿੱਚ ਜਿੰਨਾ ਚਿਰ ਰਵਾਂਗੇ, ਉਹਨਾਂ ਚਿਰ ਇਹ ਸੰਕਟ ਕੋਈ ਨਹੀਂ ਮਿਟਾ ਸਕਦਾ। ਇਹ ਸੰਕਟ ਸਿਰ 'ਤੇ ਬਣਿਆ ਰਹੇਗਾ।
ਵਾਰ-ਵਾਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਬਚਨ ਕਰਦੇ ਨੇ। ਸਾਹਿਬ ਕਹਿੰਦੇ, ਭੈ ਮਰਬੇ ਕੋ ਬਿਸਰਤ ਨਾਹੀ, ਤੇ ਚਿੰਤਾ ਜਗ ਜਾਰਾ। ਦੋ ਤਰ੍ਹਾਂ ਦੇ ਲੋਕ ਨੇ ਨਾ, ਇੱਕ ਤੇ ਉਹ ਜਿਨ੍ਹਾਂ ਨੇ ਮੌਤ ਨੂੰ ਸਾਹਮਣੇ ਵੇਖਿਆ ਔਰ ਉਹਦੇ ਵਿੱਚੋਂ ਦੀ ਗੁਜ਼ਰ ਗਏ ਜਿਉਂਦੇ ਜੀ, ਉਹ ਬਚੇ। ਤੇ ਸਾਡੇ ਵਰਗੇ ਬਹੁਤੇ ਲੋਕ ਨੇ ਜਿਹੜੇ ਸਾਧਨ ਕਰਦੇ ਰਹਿੰਦੇ ਨੇ, ਮੌਤ ਭੁੱਲ ਜਾਏ, ਚੇਤਾ ਨਾ ਆਵੇ, ਨਾ ਚੇਤਾ ਆਵੇ, ਪਰ ਇਹਦੇ ਨਾਲ ਸਵਾਲ ਹੱਲ ਨਹੀਂ ਹੁੰਦਾ। ਕਿਸੇ ਚੀਜ਼ ਨੂੰ ਭੁਲਾਇਆ ਉਹ ਖਤਮ ਨਹੀਂ ਹੁੰਦੀ, ਭੁਲਾਉਣ ਦੇ ਨਾਲ ਉਹ ਅੰਦਰ ਟਿਕੀ ਰਹਿੰਦੀ ਏ। ਸੰਸਾਰ ਦੇ ਵਿੱਚ ਜਿੰਨੇ ਨਸ਼ੇ ਨੇ, ਮਨੋਰੰਜਨ ਨੇ, ਜਿੰਨਾ ਕੁਝ ਹੈ, ਉਹ ਸਾਰਾ ਕੁਝ ਕਾਹਦੇ ਵਾਸਤੇ ਬੰਦੇ ਨੇ ਖੋਜਿਆ? ਰੰਗ ਬਰੰਗ ਵਿੱਚ ਰਹਿੰਦਾ ਹੈ, ਸੰਸਾਰ ਦੇ ਰਸਾਂ ਵਿੱਚ ਪਾਉਂਦਾ। ਕਾਹਦੇ ਵਾਸਤੇ? ਕਿਤੇ ਮੌਤ ਦੀ ਯਾਦ ਨਾ ਅੰਦਰ ਆ ਜਾਏ। ਮੌਤ ਦੀ ਯਾਦ ਤੋਂ ਭੱਜਣ ਵਾਸਤੇ ਬੰਦੇ ਨੇ ਹਜ਼ਾਰਾਂ ਹੀ ਤਰੀਕੇ ਲੱਭੇ ਔਰ ਆਪਣੇ ਕੀਮਤੀ ਸਮੇਂ ਨੂੰ ਗਵਾ ਦਿੱਤਾ। ਸਤਿਗੁਰੂ ਨੇ ਉਹਦੇ ਵਿੱਚੋਂ ਪਾਰ ਜਾਣ ਵਾਸਤੇ ਇਹ ਰਸਤਾ ਦੱਸਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਾਰਾ ਕੁਝ ਨਹੀਂ ਰਹੇਗਾ, ਹੁਣ ਇੱਥੇ ਦੱਸਿਆ ਕੁਝ ਰਹੇਗਾ ਵੀ। ਕਾਇਮ ਹੈ ਕੁਝ ਜੋ ਮਰੇਗਾ ਨਹੀਂ, ਜਿਸ ਦੀ ਕਦੀ ਮੌਤ ਨਹੀਂ, ਜਿਹਨੂੰ ਸਾਹਿਬ ਕਹਿੰਦੇ ਜੀਵਤ 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 ਰਹੋ। ਸਦਾ ਹੀ ਤੁਸੀਂ ਜਿਉਂਦੇ ਰਹੋਗੇ, ਤੁਹਾਨੂੰ ਜੀਵਨ ਮਿਲ ਜਾਏਗਾ, ਲਗਾਤਾਰ ਵਾਸਤੇ ਟਿਕਾਣਾ ਮਿਲੇਗਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਸ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦਨੀ ਕੀ ਖਟਾਨੀ। ਇਸ ਸ਼ਬਦ ਵਿੱਚ ਜੁਗਤ ਦੱਸੀ ਹੈ ਕਿ ਬੰਦੇ ਨੂੰ ਇੱਕ ਸਥਿਰ ਘਰ ਕਿਵੇਂ ਮਿਲ ਸਕਦਾ ਹੈ। ਉਹ ਘਰ ਜਿਹੜਾ ਨਿਹ ਚੱਲ ਹੈ, ਜਿਹਨੂੰ ਕੋਈ ਚਲਾ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਕਿਵੇਂ ਪਾਈਏ, ਕਿਵੇਂ ਲੱਭੀਏ? ਥੋੜ੍ਹਾ ਜਿਹਾ ਸ਼ਬਦ ਨੂੰ ਵਿਚਾਰ ਲਈਏ, ਕਿਉਂਕਿ ਸਥਿਰ ਹਰ ਇੱਕ ਰਹਿਣਾ ਚਾਹੁੰਦਾ ਹੈ, ਜਿਉਂਦਾ ਹਰ ਇੱਕ ਰਹਿਣਾ ਚਾਹੁੰਦਾ ਹੈ, ਪਰ ਉਹ ਕੰਮ ਨਹੀਂ ਕਰਦਾ। ਜਿਹਦੇ ਰਾਹੀਂ ਜਿਉਂਦਾ ਹੈ, ਜਿਹਦੇ ਰਾਹੀਂ ਜੀਵਨ ਮਿਲਦਾ ਹੈ, ਉਹ ਕੰਮ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ। ਇੱਕ ਇੱਕ ਚੀਜ਼ ਗਿਣ ਦਿੱਤੀ, ਕਹਿੰਦੇ ਇੱਥੋਂ ਸ਼ੁਰੂ ਕਰ ਲੈ। ਆਰੰਭਤਾ ਦੱਸੀ, ਪਹਿਲੀ ਕਲਾਸ ਕਿੱਥੋਂ ਸ਼ੁਰੂ ਕਰੀਏ? ਸਾਹਿਬ ਕਹਿੰਦੇ, ਜਿਸ ਕਾ ਤਨ, ਜਿਹਨੇ ਤੈਨੂੰ ਤਨ ਦਿੱਤਾ ਉਹਨੂੰ ਆਪਣਾ ਤਨ ਸੌਂਪ ਦੇ। ਗੱਲ ਇੱਥੋਂ ਸ਼ੁਰੂ ਹੋਣੀ, ਕਿਉਂਕਿ ਮੌਤ ਤਨ ਦੀ ਹੋਣੀ ਪਹਿਲਾਂ। ਉਹ ਚੀਜ਼ ਗੁਰੂ ਨੂੰ ਦੇ ਦੇ ਜਿਹਦੀ ਮੌਤ ਹੋਣੀ ਹੈ। ਤਨ, ਤਨ ਦਾ ਅਰਥ ਹੈ ਸਰੀਰ। ਦੇ, ਆਪਣਾ ਸਰੀਰ ਦੇ ਗੁਰੂ ਨੂੰ। ਪਹਿਲੀ ਗੱਲ ਇੱਥੋਂ ਸ਼ੁਰੂ ਹੋ ਗਈ। ਅਸੀਂ ਕਹਿੰਦੇ ਹਾਂ ਪਤਾ ਨਹੀਂ ਲੱਗਦਾ ਜੀ ਸ਼ੁਰੂ ਕਿੱਥੋਂ ਕਰੀਏ ਤੇ ਅਖੀਰ ਕਿੱਥੇ। ਸਤਿਗੁਰੂ ਨੇ ਸਾਰਾ ਦੱਸ ਦਿੱਤਾ, ਸ਼ੁਰੂ ਕਿੱਥੋਂ ਹੋਣਾ, ਅਖੀਰ ਕਿੱਥੇ ਹੋਣੀ। ਕੋਈ ਕੰਮ ਨਹੀਂ ਜਿਹਦਾ ਪਤਾ ਨਹੀਂ। ਸ਼ੁਰੂ ਕੀਤਾ ਜਿਸ ਕਾ ਤਨ, ਤਨ ਦੇ ਪਹਿਲਾਂ, ਤਨ ਦੇ ਗੁਰੂ ਨੂੰ। ਤਨ ਦੇਣਾ ਕੀ ਹੈ? ਵੇਖਣਾ ਗੁਰੂ ਨੂੰ ਦੇ, ਅੱਖ ਦੇ, ਕੰਨ ਦੇ ਗੁਰੂ ਨੂੰ, ਰਸਨਾ ਦੇ, ਹੱਥ ਦੇ, ਪੈਰ ਦੇ। ਇਹ ਹੈ ਤਨ ਦੇਣਾ। ਹੁਣ ਜਿਵੇਂ ਸਤਿਗੁਰੂ ਕਹਿਣ ਉਸ ਤਰ੍ਹਾਂ ਵੇਖਣਾ, ਜੋ ਕੁਝ ਕਹਿਣ ਉਸ ਤਰ੍ਹਾਂ ਸੁਣਨਾ, ਜੋ ਕੁਝ ਕਹਿਣ ਉਸ ਤਰ੍ਹਾਂ ਬੋਲਣਾ, ਉਹ ਕੰਮ ਕਰਨਾ ਜਿਹਨੂੰ ਸਾਹਿਬ ਕਹਿੰਦੇ, ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਇੱਕ ਇੱਕ ਗੱਲ ਸਮਝਾਉਣ ਦੀ ਬਜਾਏ ਇੱਕ ਵਿਆਪਕ ਗਿਆਨ ਸੱਚੇ ਪਾਤਸ਼ਾਹ ਨੇ ਦੇ ਦਿੱਤਾ। ਕਹਿੰਦੇ ਸਰੀਰ ਦੇ ਜਿਹੜੇ ਕਰਮ ਇੰਦਰੇ ਨੇ ਨਾ ਤੇਰੇ, ਉਹਨਾਂ ਨਾਲ ਉਹ ਕੰਮ ਕਰੀ ਚੱਲ ਜਿਹਦੇ ਨਾਲ ਤੇਰੇ ਮਨ ਵਿੱਚ 5 ਬੁਰਾਈਆਂ ਪੈਦਾ ਨਾ ਹੋਣ, ਜਿਤ ਮੈਲ ਨਾ ਲੱਗੇ। ਇਹ ਤੇ ਪਤਾ ਆਦਮੀ ਨੂੰ ਲੱਗ ਜਾਂਦਾ ਕਾਹਦੇ ਨਾਲ ਮੈਲ ਲੱਗਦੀ, ਬਿਲਕੁਲ ਸਾਫ਼ ਪਤਾ ਹੈ। ਇਹ ਨਹੀਂ ਵੀ ਜਾਣਦੇ ਨਹੀਂ। ਕਹਿੰਦੇ ਨਾ ਅੱਖਾਂ ਨਾਲ, ਕੰਨਾਂ ਨਾਲ, ਰਸਨਾ ਨਾਲ, ਹੱਥਾਂ ਨਾਲ, ਜੇਬਾਂ ਨਾਲ
ਇਹਨਾਂ ਨਾਲ ਉਹ ਕੁਝ ਤੂੰ ਕਰੀ ਚੱਲ। ਮੈਂ ਤੈਨੂੰ ਨਹੀਂ ਰੋਕਦਾ ਵੇਖਣ ਤੋਂ, ਮੈਂ ਤੈਨੂੰ ਨਹੀਂ ਰੋਕਦਾ ਸੁਣਨ ਤੋਂ, ਪਰ ਤੂੰ ਵੇਖੀ ਜਦੋਂ ਤੂੰ ਆਪਣੀ ਵਡਿਆਈ ਸੁਣੇਗਾ ਨਾ ਤੇ ਅੰਦਰ ਮੈਲ ਲੱਗਣੀ ਸ਼ੁਰੂ, ਉਹ ਸਮਝ ਲਈ ਵੀ ਮੈਲ ਲੱਗ ਗਈ। ਹੁਣ ਤੂੰ ਇਹ ਕੰਮ ਜਿਹੜਾ ਗੁਰੂ ਤੋਂ ਬਾਹਰ ਹੋ ਕੇ ਕਰ ਦਿੱਤਾ। ਵਡਿਆਈ ਹੋਈ ਤੇ ਤੂੰ ਸਮਝਿਆ ਵਡਿਆਈ ਮੇਰੀ, ਤੇਰੀ ਵਡਿਆਈ ਨਹੀਂ ਹੈ। ਸੋ ਕਿਛ ਕਰ, ਇਸ ਸਰੀਰ ਨਾਲ ਉਹ ਕਰ ਜਿਹਦੇ ਨਾਲ ਪੰਜ ਵਿਕਾਰ ਅੰਦਰ ਪੈਦਾ ਨਹੀਂ ਹੁੰਦੇ। ਸੋ ਕਿਛ ਕਰ ਜਿਤ ਮੈਲ ਨਾ ਲੱਗੈ, ਜਿਹਦੇ ਨਾਲ ਮੈਲ ਨਾ ਲੱਗੇ। ਤੇ ਜਦੋਂ ਤੂੰ ਇਹ ਕਰਨ ਵਿੱਚ ਸਫਲ ਹੋ ਗਿਆ ਗੁਰੂ ਕਿਰਪਾ ਦੁਆਰਾ, ਉਹਦੀ ਨਿਸ਼ਾਨੀ ਕੀ ਵੀ ਆਪਾਂ ਸਫਲ ਹੋ ਗਏ। ਸਾਹਿਬ ਕਹਿੰਦੇ ਹਰ ਕੀਰਤਨ ਮਹਿ ਇਹ ਮਨ ਜਾਗੈ। ਇਹ ਨਿਸ਼ਾਨੀ ਦੱਸਦਾ ਹੈ ਵੀ ਜਦੋਂ ਕੀਰਤਨ ਉਸਤਤ ਹੋਏਗੀ ਵਾਹਿਗੁਰੂ ਦੀ, ਤੇਰਾ ਮਨ ਇੱਕਦਮ ਜਾਗ ਕੇ ਖੜਾ ਹੋ ਜਾਏਗਾ, ਉਹਨੂੰ ਸੁਣੇਗਾ। ਪਹਿਲਾਂ ਤਨ ਸੌਂਪਿਆ ਸਿੱਖ ਨੇ, ਫਿਰ ਸਾਹਿਬ ਕਹਿੰਦੇ ਜਿਸ ਕਾ ਤਨ ਮਨ, ਫਿਰ ਮਨ ਸੌਂਪਿਆ। ਤਨ ਤੋਂ ਬਾਅਦ ਸੌਂਪਿਆ, ਪਹਿਲਾਂ ਨਹੀਂ। ਬੜੇ ਸਾਡੇ ਵਿੱਚ ਧਾਰਮਿਕ ਬੰਦੇ ਨੇ ਜਿਹੜੇ ਤਨ ਨਹੀਂ ਸੌਂਪਣਾ ਚਾਹੁੰਦੇ, ਕਹਿੰਦੇ ਮਨ ਸੌਂਪਣਾ, ਕਿਉਂਕਿ ਉਹਦੇ ਵਿੱਚ ਬੜਾ ਪ੍ਰਬੰਧ ਹੈ ਬਚਣ ਦਾ। ਸਰੀਰ ਨਹੀਂ ਸੌਂਪਿਆ ਜਾਂ ਸੌਂਪਿਆ ਦਿਸ ਪਏਗਾ, ਸਮਾਜ ਨੂੰ ਪਤਾ ਲੱਗੇਗਾ ਧਰਮੀ ਹੈ ਕਿ ਨਹੀਂ। ਮਨ ਦਾ ਕਿਹਨੂੰ ਪਤਾ ਸੌਂਪਿਆ ਕਿ, ਕਹਿ ਦਿੱਤਾ ਜੀ ਸੌਂਪ ਦਿੱਤਾ ਮਨ। ਬੜੇ ਲੋਕ ਨੇ ਕਹਿੰਦੇ ਮਨ ਕਰਕੇ ਆਪਾਂ ਧਰਮੀ ਹਾਂ, ਸਿੱਖ ਹਾਂ। ਤਨ ਦੀ ਕਿਹੜੀ ਗੱਲ ਹੈ, ਜੋ ਮਰਜ਼ੀ ਕਰੋ ਇਹਦੇ ਨਾਲ। ਆਦਮੀ ਚਲਾਕ ਬੜਾ ਹੈ, ਪ੍ਰਬੰਧ ਕਰ ਲੈਂਦਾ। ਸਰੀਰ ਦਾ ਤੇ ਪਤਾ ਲੱਗ ਜਾਣਾ ਸੌਂਪਿਆ ਕਿ ਨਹੀਂ, ਮਨ ਦਾ ਕਿੱਥੇ ਪਤਾ ਲੱਗੇ। ਮਨ ਦਾ ਪਤਾ ਨਹੀਂ ਲੱਗਦਾ, ਇਸ ਕਰਕੇ ਇਹ ਹੰਕਾਰ ਪਾਲ ਲੈਂਦਾ, ਮੈਂ ਮਨ ਸੌਂਪ ਦਿੱਤਾ। ਸਾਧ ਸੰਗਤ ਮਨ ਜਿਨ੍ਹਾਂ ਨੇ ਸੌਂਪਿਆ ਉਹਨਾਂ ਨੂੰ ਪੁੱਛ ਕੇ ਵੇਖੋ ਕਿਵੇਂ ਸੌਂਪੀਦਾ ਹੈ। ਮਨ ਸੌਂਪਣਾ ਬੜਾ ਔਖਾ ਹੈ। ਮਨ ਸੌਂਪਣਾ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਦਰਵੇਸ਼ੀ ਕਾਖੜੀ, ਚੋਪੜੀ ਪਰੀਤ। ਦਰਵੇਸ਼ੀ ਰੱਬ ਦਾ ਪਿਆਰ, ਉਹਦੇ ਨਾਲ ਮੁਹੱਬਤ ਕਰਨੀ ਗਾਖੜੀ ਹੈ, ਥੋੜ੍ਹੀ ਜਿਹੀ ਔਖੀ ਹੈ। ਕੋਈ ਵੀ ਕੰਮ ਹੈ ਸਾਧ ਸੰਗਤ, ਤੁਸੀਂ ਵੇਖੋ ਚੰਗੀਆਂ ਚੀਜ਼ਾਂ ਦੇ ਉੱਤੇ ਕਵਰ ਬੜੇ ਸਖਤ ਹੁੰਦੇ ਨੇ। ਕੋਈ ਵੀ ਚੀਜ਼ ਵੇਖੋ ਸੰਸਾਰ ਵਿੱਚ, ਕੁਦਰਤ ਨੇ ਸਿਗਨਲ ਦਿੱਤੇ ਨੇ, ਇਸ਼ਾਰੇ। ਤੁਸੀਂ ਬਦਾਮ ਖਾਣਾ ਤੇ ਉੱਤੇ ਕਵਰ ਬੜਾ ਸਖਤ ਤੋੜਨਾ ਪਏਗਾ। ਉਹ ਕਵਰ ਦੱਸਦਾ ਇਹਦੇ ਵਿੱਚ ਕੋਈ ਕੀਮਤੀ ਚੀਜ਼ ਹੈ। ਹਰ ਇੱਕ ਚੀਜ਼ ਦੇ ਕਿਸੇ ਨਾ ਕਿਸੇ ਚੀਜ਼ ਨੂੰ ਪਾਰ ਕਰਨਾ ਪੈਂਦਾ। ਕਬੀਰ ਸਾਹਿਬ ਨੇ ਤੇ ਇੱਕ ਉਦਾਹਰਨ ਵੀ ਦੇ ਦਿੱਤੀ, ਕਹਿਣ ਲੱਗੇ ਗੰਨਾ ਚੂਪਣ ਲੱਗਿਆ ਵੇਖੀ, ਦੰਦਾਂ ਵਿੱਚੋਂ ਕਈ ਵਾਰੀ ਖੂਨ ਵੀ ਆ ਜਾਂਦਾ ਬੰਦੇ, ਜਦੋਂ ਛਿੱਲ ਲਾਉਂਦਾ ਉੱਤੋਂ ਉਸ ਗੰਢ ਨੂੰ ਤੋੜਦਾ ਖੂਨ ਆ ਜਾਂਦਾ। ਉਹਨੂੰ ਕਿਸੇ ਨੇ ਕਿਹਾ ਇੰਨਾ ਕਿਉਂ ਆਪਣੇ ਸਰੀਰ ਨੂੰ ਦੁੱਖ ਦੇਣਾ, ਇਹ ਕੋਈ ਭਲਾ ਕੰਮ ਹੈ, ਸੌਖਾ ਜਿਹਾ ਕੰਮ ਲੱਭ, ਤੇਰੇ ਦੰਦਾਂ ਵਿੱਚੋਂ ਖੂਨ ਆਈ ਜਾਂਦਾ। ਉਹ ਕਹਿੰਦਾ ਖੂਨ ਆਈ ਜਾਂਦਾ ਪਰ ਇਹਦੇ ਵਿੱਚ ਰਸ ਹੈ, ਉਸ ਰਸ ਤੱਕ ਜਾਣ ਵਾਸਤੇ ਪਹਿਲਾਂ ਖੂਨ ਆਏਗਾ, ਪਹਿਲਾਂ ਉਹਨੂੰ ਚੱਬਣਾ ਪਏਗਾ, ਜ਼ੋਰ ਲਾਣਾ ਪਏਗਾ। ਪਰ ਬੰਦਾ ਸੋਚਦਾ ਹੈ ਵੀ ਜ਼ੋਰ ਵੀ ਨਾ ਲਾਣਾ ਪਏ ਤੇ ਰਸ ਵੀ ਮਿਲ ਜਾਏ, ਫਿਰ ਤੇ ਮਿੱਟੀ ਖਾ ਲੈਣੀ ਚਾਹੀਦੀ, ਉੱਥੇ ਕੋਈ ਸਖਤ ਨਹੀਂ। ਮਿੱਟੀ ਖਾ ਹੀ ਰਿਹਾ ਸੰਸਾਰ, ਕੀ ਜ਼ੋਰ ਲੱਗਦਾ। ਬੰਦਾ ਲੱਭਦਾ ਸੌਖੇ ਸੌਖੇ ਧਰਮ, ਤੇ ਇਸ ਆਦਮੀ ਦੀ ਇਸ ਵਿਚਾਰਾਂ ਨੂੰ ਨਕਲੀ ਗੁਰੂਆਂ ਨੇ ਬਹੁਤ ਕੈਚ ਕੀਤਾ ਹੈ। ਉਹਨਾਂ ਨੂੰ ਪਤਾ ਹੈ ਬੰਦੇ ਦੀ ਵਾਸ਼ਨਾ, ਕਹਿੰਦੇ ਲੋੜ ਹੀ ਨਹੀਂ ਬਹੁਤੇ ਜਪ ਤਪ ਕਰਨ ਦੀ ਕਿਸੇ ਧਰਮ ਦੇ। ਸਾਰੇ ਕਹਿੰਦੇ ਬੰਧਨ ਨੇ, ਆਓ ਬਸ ਤੁਸੀਂ ਬੈਠੋ, ਬਸ 2-4 ਮਿੰਟਾਂ ਵਿੱਚ ਤੁਹਾਨੂੰ ਸਮਾਧੀ ਲਵਾ ਦਿਆਂਗੇ। ਹੁਣ ਉਸ ਤਰ੍ਹਾਂ ਦਾ ਧਰਮ ਕੌਣ ਛੱਡੇ ਜਿਹਦੇ ਵਿੱਚ ਕਰਨਾ ਕੱਖ ਵੀ ਨਹੀਂ ਪੈਂਦਾ, ਸਿੱਧੀ ਡਾਇਰੈਕਟ ਸਮਾਧੀ। ਇਸ ਤਰ੍ਹਾਂ ਦਾ ਫਿਰ ਧੰਦਾ ਸੰਸਾਰ ਵਿੱਚ ਤਾਂ ਚੱਲਦਾ ਹੈ। ਸਤਿਗੁਰੂ ਨੇ ਇਸ ਤਰ੍ਹਾਂ ਦੇ ਧੰਦੇ ਦੀ ਗੱਲ ਨਹੀਂ ਕੀਤੀ। ਹਜ਼ੂਰ ਕਹਿੰਦੇ ਨੇ ਤੂੰ ਕਰ, ਮੈਂ ਤੈਨੂੰ ਦੱਸਦਾ, ਸਹਾਇਤਾ ਮੈਂ ਤੇਰੀ ਕਰ ਦਿਆਂਗਾ। ਜਿਸ ਮੋੜ ਤੇ ਤੈਨੂੰ ਲੋੜ ਪੈ ਗਈ, ਕਰਨਾ ਤੈਨੂੰ ਵੀ ਪਏਗਾ। ਤਾਂ ਬੰਦਾ ਇਸ ਸਖਤ ਚੀਜ਼ਾਂ ਤੋਂ ਦੌੜਦਾ ਭੱਜਦਾ, ਮਿਹਨਤ ਨਹੀਂ ਕਰਨੀ ਚਾਹੁੰਦਾ, ਜਦ ਕਿ
ਗੁਰੂ ਸਾਹਿਬ ਦੇ ਇਸ ਹੁਕਮ ਦਾ ਅਰਥ ਅਸੀਂ ਗਲਤ ਕੱਢ ਲਿਆ ਕਿ ਸਿੱਖੀ ਵਿੱਚ ਕਰਨਾ ਹੀ ਕੱਖ ਨਹੀਂ ਪੈਂਦਾ, ਗੁਰੂ ਨੇ ਬਥੇਰਾ ਕੁਝ ਕਰ ਲਿਆ। ਵਾਰ-ਵਾਰ ਜਿੱਥੇ 5 ਖੰਡ ਆਉਂਦੇ ਨੇ ਉਹਦੇ ਵਿੱਚ ਪਹਿਲਾ ਖੰਡ ਹੈ ਧਰਮ ਖੰਡ, ਗਿਆਨ ਖੰਡ, ਤੇ ਫਿਰ ਹੈ ਸ਼ਰਮ ਖੰਡ। ਸ਼ਰਮ ਦਾ ਅਰਥ ਹੈ ਮਿਹਨਤ ਦਾ ਖੰਡ। ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ। ਜਦੋਂ ਕੋਈ ਕਾਰੀਗਰ ਕਿਸੇ ਚੀਜ਼ ਨੂੰ ਘੜਦਾ ਤੇ ਵੇਖੋ ਕਿੰਨਾ ਉਹਦਾ ਜ਼ੋਰ ਲੱਗਦਾ ਹੈ, ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਇੱਕ ਕਾਰੀਗਰ ਨੇ ਬਹੁਤ ਸੋਹਣੀ ਤੇਗ ਬਣਾ ਕੇ ਦਿੱਤੀ ਗੋਬਿੰਦਗੜ੍ਹ ਵਿੱਚ। ਜਾਨਕੀ ਦਾਸ ਬੜਾ ਚੰਗਾ ਕਾਰੀਗਰ ਸੀ। ਹਜ਼ੂਰ ਇੱਥੇ ਆਏ ਜਦੋਂ ਗਵਾਲੀਅਰ ਤੋਂ ਗਵਾਲੀਅਰ ਤੋਂ ਵਾਪਸ ਮੁੜੇ, ਇੱਥੇ ਰਹੇ ਮਹੀਨਾ ਡੇਢ। ਇਹ ਕਾਰੀਗਰ ਸੀ ਬੜਾ ਸਿਆਣਾ, ਨੇ ਘੜਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਇਹਨੇ ਪੇਸ਼ ਕੀਤੀ ਉਹ ਤਲਵਾਰ। ਸਤਿਗੁਰਾਂ ਨੇ ਵੇਖਿਆ ਬੜੇ ਮਿਹਨਤ ਨਾਲ ਬਣਾਈ ਏ। ਗੁਰੂ ਮਿਹਨਤ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, ਆਲਸੀਆਂ ਨੂੰ ਨਹੀਂ। ਮਿਹਨਤ ਕੀਤੀ ਸੀ, ਬੜੀਆਂ ਬਖਸ਼ਾਂ ਕਰ ਦਿੱਤੀਆਂ। ਕਹਿਣ ਲੱਗੇ ਜਾਨਕੀ ਦਾਸ, ਬੰਦਾ ਜਿਵੇਂ ਬਾਹਰ ਮਿਹਨਤ ਕਰਦਾ ਅੰਦਰ ਵੀ ਜ਼ਰੂਰ ਕਰੇ, ਵਿਹਲਾ ਨਾ ਰਵੇ। ਵਿਹਲਾ ਤੇ ਆਦਮੀ ਰੱਬ ਦੇ ਘਰ ਵਿੱਚ ਵੀ ਪ੍ਰਵਾਨ ਨਹੀਂ ਹੈ। ਇਸ ਕਰਕੇ ਮਿਹਨਤ ਦਾ ਖੰਡ ਜਿਹੜਾ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ, ਬਹੁਤ ਅਨੂਪ। ਉੱਥੇ ਸਾਡੇ ਮਨ ਦੀ ਜੀਵਨ ਦੀ ਘਾੜਤ ਘੜੀ ਜਾਏਗੀ। ਸਾਡੇ ਵਿੱਚੋਂ ਜੋ ਵਾਧੂ ਹੈ ਉਹ ਕੱਢ ਦਿੱਤਾ ਜਾਏਗਾ, ਉਹ ਸਭ ਲਾਹ ਦੇਗਾ ਸ਼ਬਦ ਨਾਮ ਨਾਲ, ਉਹਨੂੰ ਕੱਢ ਦਿੱਤਾ ਜਾਏਗਾ ਉਸ ਮੈਲ ਨੂੰ, ਫਿਰ ਸ਼ੁੱਧ ਆਪਾ ਬਚੇਗਾ। ਤਾਂ ਇਸ ਤਰ੍ਹਾਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਪਹਿਲਾਂ ਤਨ ਦਿੱਤਾ ਫਿਰ ਮਨ ਦਿੱਤਾ, ਇੱਥੋਂ ਸ਼ੁਰੂ ਕੀਤੀ ਗੱਲ। ਫਿਰ ਧਨ ਦਿੱਤਾ, ਜਿਸ ਕਾ ਤਨ ਮਨ ਧਨ, ਧਨ ਦਾ ਅਰਥ ਹੈ ਦਸਵੰਧ ਦਿੱਤਾ ਗੁਰੂ ਵਾਸਤੇ, ਗੁਰੂ ਦਾ ਹੁਕਮ ਸੀ। ਇਹ 3 ਚੀਜ਼ਾਂ ਜਿਨ੍ਹਾਂ ਨੇ ਦੇ ਦਿੱਤੀਆਂ ਉਹਨਾਂ ਦੀ ਐਡਮਿਸ਼ਨ ਹੋ ਗਈ ਸਿੱਖੀ ਦੇ ਸਕੂਲ ਵਿੱਚ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਫਿਰ ਕਹਿੰਦੇ ਸੋਈ ਸੁਗੜ ਸੁਜਾਨੀ, ਤਿਸ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ। ਉਹਨੇ ਫਿਰ ਸਾਰੇ ਦੁੱਖ ਸੁੱਖ ਸੁਣੇ ਤੇ ਜੀਵਨ ਦੀ ਜਿਹੜੀ ਵਿਧੀ ਸੀ, ਤਉ ਬਿਦ ਨੀਕੀ, ਨੀਕੀ ਦਾ ਅਰਥ ਹੈ ਸੋਹਣੀ, ਖਟਾਨੀ, ਖਟਾਨੀ ਦਾ ਅਰਥ ਹੈ ਰਾਸ ਆ ਜਾਣਾ, ਖਟਾਨੀ ਦਾ ਅਰਥ ਹੈ ਗੁਰੂ ਦੇ ਨਾਲ ਮੇਲ ਮਿਲਾਪ ਹੋ ਜਾਣਾ। ਉਹਦੇ ਨਾਲ ਮੇਲ ਹੋ ਗਿਆ, ਉਹਦੇ ਨਾਲ ਸਾਂਝ ਪੈ ਗਈ, ਤਉ ਬਿਦ ਨੀਕੀ ਖਟਾਨੀ। ਫਿਰ ਸਾਹਿਬ ਕਹਿੰਦੇ ਜੀ ਕੀ ਏਕੈ ਹੀ ਪਹਿਮਾਨੀ। ਉਸ ਅਕਾਲ ਪੁਰਖ ਦੇ ਦਰ ਤੇ ਅਰਦਾਸ ਸੁਣੀ ਗਈ, ਅਰਦਾਸ ਸੁਣੀ ਗਈ। ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਹੋਰ ਬੜੇ ਯਤਨ ਕੀਤੇ ਸਨ, ਬੰਦਾ ਸਾਧਨ ਕਰਦਾ ਰਹਿੰਦਾ, ਬੜੇ ਉਪਾਅ, ਬੜੇ ਯਤਨ ਕੀਤੇ, ਪਰ ਨਹੀਂ ਉਹਨੇ ਮੰਨੀ ਕੋਈ ਗੱਲ। ਉਹਦੇ ਅੱਗੇ ਕੋਈ ਪੇਸ਼ ਨਾ ਗਈ ਆਪਣੇ ਹੰਕਾਰ ਦੇ ਕੀਤੇ ਹੋਏ ਕਰਮਾਂ ਦੀ। ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਫਿਰ ਕੀ ਹੋਇਆ? ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਬੰਦਾ ਗੁਰੂ ਕੋਲੋਂ ਨਾਮ ਮੰਗਣ ਤੋਂ ਪਹਿਲਾਂ ਆਪਣੇ ਹੱਥ ਪੈਰ ਮਾਰ ਲੈਂਦਾ ਵੀ ਮੈਂ ਕਾਮਯਾਬ ਇਕੱਲਾ ਹੋ ਜਾਵਾਂ। ਯਤਨ ਕੀਤੇ ਕੋਈ ਪੇਸ਼ ਨਾ ਗਈ, ਇੱਕ ਵੀ ਨਾ ਚੱਲੀ ਗੱਲ ਉਹਦੇ ਘਰ ਵਿੱਚ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਗੁਰੂ ਨੇ ਤਰਸ ਕਰਕੇ ਨਾਮ ਦਾ ਅਮੋਲਕ ਹੀਰਾ ਸਿੱਖ ਦੇ ਹਿਰਦੇ ਵਿੱਚ ਟਿਕਾ ਦਿੱਤਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਗੁਰੂ ਨੇ ਆਪਣਾ ਮੰਤਰ, ਆਪਣੀ ਸਲਾਹ ਸਿੱਖ ਨੂੰ ਬਖਸ਼ਿਸ਼ ਕਰ ਦਿੱਤੀ। ਡਿਗੈ ਨਾ ਡੋਲੇ, ਫਿਰ ਉਹ ਗੁਰਸਿੱਖ ਡੋਲਦਾ ਨਹੀਂ। ਦ੍ਰਿੜ ਕਰ ਰਹਿਓ, ਉਸ ਨਾਮ ਨੂੰ ਦ੍ਰਿੜ ਕਰਕੇ ਫੜ ਲਿਆ ਸਿੱਖ ਨੇ, ਜਪਿਆ। ਜਿਵੇਂ ਇਹਨਾਂ ਦੋਵਾਂ ਸ਼ਲੋਕਾਂ ਦੇ ਵਿੱਚ
ਦੋ ਅਵਸਥਾਵਾਂ ਦਾ ਵਰਣਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਪਹਿਲੇ ਵਿੱਚ ਜਪਣ ਦਾ ਤੇ ਦੂਸਰੇ ਵਿੱਚ ਸਿਮਰਨ ਦਾ। ਪਹਿਲੇ ਵਿੱਚ ਕਿਹਾ ਕਿਨ ਜਪਿਓ ਗੁਰਮੰਤ, ਜੇ ਕਿਸੇ ਨੇ ਇਸ ਜਗਤ ਦੇ ਵਿੱਚ ਗੁਰੂ ਦੇ ਮੰਤਰ ਨੂੰ ਜਪਿਆ। ਹੁਣ ਇਹ ਗੁਰਮੰਤਰ ਦੇ ਸੰਬੰਧ ਵਿੱਚ ਬੜੇ ਭੁਲੇਖੇ ਨੇ, ਬੜੇ ਪੱਖ ਨੇ ਆਪੋ ਆਪਣੇ। ਜਿਹੜਾ ਜਿੱਥੇ ਖੜਾ ਉਸ ਨੂੰ ਪਕੜ ਲੈਂਦਾ। ਕੁਝ ਲੋਕ ਕਹਿੰਦੇ ਨੇ ਜਪਣਾ ਚਾਹੀਦਾ ਨਹੀਂ, ਮੰਤਰ ਦੇ ਅਰਥ ਤੇ ਸਲਾਹ ਹੁੰਦੀ ਹੈ। ਧਿਆਨ ਦਿਓ, ਮੰਤਰ ਦੇ ਅਰਥ ਸਲਾਹ ਵੀ ਹੁੰਦੀ ਹੈ। ਮੰਤਰ ਦੇ ਅਰਥ ਇਹ ਵੀ ਹੁੰਦੇ ਨੇ ਜਿਹੜੀ ਗੱਲ ਬੰਦੇ ਦੇ ਮਨ ਵਿੱਚ ਹੈ। ਅਸਲ ਵਿੱਚ ਮੰਤਰ ਦਾ ਅਰਥ ਮਨ ਵਿੱਚ ਰੱਖਣਾ ਵੀ ਹੈ। ਮਨ ਜਮਾ ਅੰਤਰ, ਮਨ ਵਿੱਚ ਜੋ ਹੈ ਉਹਨੂੰ ਕਹੀਦਾ ਮੰਤਰ। ਹੁਣ ਇੱਥੇ ਧਿਆਨ ਦੇਣਾ, ਜਿਨ੍ਹਾਂ ਨੇ ਜਪਣਾ ਨਹੀਂ ਉਹ ਕਹਿੰਦੇ ਨੇ ਮੰਤਰ ਤੇ ਹੁੰਦਾ ਗੁਰੂ ਦੀ ਸਿੱਖਿਆ, ਸਲਾਹ ਹੁੰਦੀ ਗੁਰੂ ਦੀ। ਤੇ ਦੂਸਰੇ ਪਾਸੇ ਆਪਾਂ ਮੰਤਰ ਨੂੰ ਇਕੱਲਾ ਜਪ ਕਹਿ ਦਿੰਦੇ ਹਾਂ, ਇਕੱਲਾ ਜਪਣਾ। ਸਤਿਗੁਰੂ ਨੇ ਦੋਵਾਂ ਦੇ ਵਿੱਚ ਗੱਲ ਰੱਖੀ। ਕਹਿਣ ਲੱਗੇ ਖਿਆਲ ਕਰ, ਜਪਣਾ ਤੂੰ ਜ਼ਰੂਰ ਹੈ, ਗੁਰੂ ਨੇ ਮੰਤਰ ਦਿੱਤਾ ਹੈ, ਇਹਨੂੰ ਜਪ ਜ਼ਰੂਰ। ਜਪਣਾ ਬੜਾ ਜ਼ਰੂਰੀ ਹੈ, ਕਿਉਂਕਿ ਤੁਸੀਂ ਕਦੀ ਧਿਆਨ ਰੱਖਣਾ, ਕੋਈ ਪਹਿਲਵਾਨ ਜਿੰਨੀ ਮਰਜ਼ੀ ਖੁਰਾਕ ਖਾਈ ਜਾਏ, ਵਿਹਲਾ ਬੈਠਾ ਜਾਏ, ਖੁਰਾਕ ਖਾਈ ਜਾਏਗਾ, ਤਾਕਤ ਨਹੀਂ ਬਣੇਗੀ, ਖਾਲੀ ਰਹਿੰਦਾ, ਮੰਜੇ ਤੇ ਬੈਠਾ ਰਹਿੰਦਾ। ਕਈ ਲੋਕ ਕਹਿੰਦੇ ਨੇ ਵਾਰ-ਵਾਰ ਕਿਉਂ ਜਪਦੇ ਹੋ? ਵਾਰ-ਵਾਰ ਜਦੋਂ ਸਮਝ ਲਿਆ ਵਾਹਿਗੁਰੂ ਹੈ, ਬਸ ਗੱਲ ਖਤਮ ਹੋ ਗਈ। ਕਿਸੇ ਪਹਿਲਵਾਨ ਨੂੰ ਪੁੱਛੋ, ਤੂੰ ਇੱਕ ਬੈਠਕ ਮਾਰੀ ਡੰਡ ਬੈਠਕ, 2 ਕਿਉਂ ਮਾਰਨਾ, 3 ਕਿਉਂ, 4 ਕਿਉਂ? 100 ਤੇ ਚਲਾ ਜਾਂਦਾ, 200 ਤੱਕ ਚਲਾ ਜਾਂਦਾ। ਵਾਰ-ਵਾਰ ਕਿਉਂ ਬਹਿੰਦਾ ਤੇ ਉੱਠਣਾ? ਉਹਨੂੰ ਪੁੱਛ ਕੇ ਵੇਖੋ, ਇੱਕ ਵਾਰੀ ਬਹਿ ਗਿਆ, ਇੱਕ ਵਾਰੀ ਉੱਠ ਲੈ, ਗੱਲ ਹੋ ਗਈ, ਖਤਮ। ਨਹੀਂ, ਉਹ ਇੱਕ ਵਿਗਿਆਨ ਹੈ। ਸਰੀਰ ਦੀ ਤਾਕਤ ਨੂੰ ਵਧਾਉਣ ਵਾਸਤੇ ਉਸ ਵਰਗਿਸ਼ ਦੀ ਅਭਿਆਸ ਦੀ ਲੋੜ ਹੈ। ਭਾਵੇਂ ਖੁਰਾਕ ਕਿੰਨੀ ਖਾ ਲਓ। ਮੈਂ ਬੇਨਤੀ ਕਰਾਂ, ਜਿਹੜਾ ਜਪ ਹੈ ਉਹ ਅਭਿਆਸ, ਉਹ ਕਸਰਤ ਹੈ ਮਨ ਦੀ। ਉਹਦੇ ਨਾਲ ਸ਼ਕਤੀ ਵੱਧਦੀ, ਸੁਰਤ ਦੇ ਵਿੱਚ ਤਾਕਤ ਵੱਧਦੀ ਹੈ। ਉਹ ਪੂਰਾ ਵੱਡਾ ਵਿਗਿਆਨ, ਕੋਈ ਥੋਪਿਆ ਨਹੀਂ ਗੁਰੂ ਸਾਹਿਬ ਨੇ ਸਾਡੇ ਉੱਤੇ ਵੀ ਤੁਸੀਂ ਜੋ ਕਹੋ ਮੈਂ ਕਰੀ ਜਾਓ। ਸਭ ਕੁਝ ਪਹਿਲਾਂ ਕਰਕੇ ਵੇਖਿਆ, ਫਿਰ ਸਾਨੂੰ ਕਿਹਾ ਹੈ। ਉਹ ਇੱਕ ਅਭਿਆਸ ਹੈ, ਜਿਵੇਂ ਇੱਕ ਪਹਿਲਵਾਨ ਵਾਰ-ਵਾਰ ਬੈਠਕ ਉਠਕ ਕਰਦਾ ਹੈ, ਵਾਰ-ਵਾਰ ਉੱਠਦਾ ਬਹਿੰਦਾ, ਤੇ ਉਹਦੇ ਸਰੀਰ ਦੇ ਵਿੱਚ, ਉਹਦੇ ਜੋੜਾਂ ਦੇ ਵਿੱਚ ਐਨਰਜੀ ਵੱਧ ਜਾਂਦੀ, ਤਾਕਤ ਵੱਧ ਜਾਂਦੀ, ਸ਼ਕਤੀ ਆ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਨਾਮ ਜਪਣਾ ਹੈ, ਇਹ ਸੁਰਤ ਦਾ ਅਭਿਆਸ ਹੈ। ਇਹਦੇ ਨਾਲ ਸੁਰਤ ਸ਼ਕਤੀਵਾਨ ਹੋ ਜਾਂਦੀ ਹੈ, ਇਕਾਗਰ ਹੋਣ ਲੱਗ ਪੈਂਦੀ। ਜਿਉਂ-ਜਿਉਂ ਸਿੱਖ ਵਾਰ-ਵਾਰ ਜਪੀ ਜਾਂਦਾ ਹੈ, ਵਾਰ-ਵਾਰ ਅਭਿਆਸ ਕਰਦਾ ਹੈ, ਉਹਦੀ ਸੁਰਤ ਦੀ ਤਾਕਤ ਵੱਧ ਜਾਂਦੀ, ਸ਼ਕਤੀ ਵੱਧ ਜਾਂਦੀ ਹੈ। ਹੁਣ ਦੂਜਾ ਕੰਮ ਹੈ ਗੁਰੂ ਦੀ ਸਿੱਖਿਆ ਨੂੰ ਵੀ ਸਮਝਣਾ। ਇਕੱਲਾ ਜਪਣਾ ਨਹੀਂ ਸਿੱਖੀ ਵਿੱਚ। ਜਦੋਂ 2 ਚੀਜ਼ਾਂ ਇਕੱਠੀਆਂ ਹੋ ਜਾਣਗੀਆਂ, ਉਦੋਂ ਜੀਵਨ ਸਫਰ ਤੇ ਤੁਰ ਪਏਗਾ। ਗੁਰੂ ਵੱਲੋਂ ਦਿੱਤੀ ਹੋਈ ਸਮਝ ਤੇ ਗੁਰੂ ਵੱਲੋਂ ਦਿੱਤਾ ਹੋਇਆ ਜਪ। ਇਸ ਲਈ 2 ਚੀਜ਼ਾਂ ਇਕੱਠੀਆਂ ਕੀਤੀਆਂ ਨੇ ਅੰਮ੍ਰਿਤ ਵੇਲੇ ਵਿੱਚ। ਕਿਹੜੀਆਂ-ਕਿਹੜੀਆਂ? ਵਡਿਆਈ ਪਲਸ ਵਿਚਾਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, 2 ਚੀਜ਼ਾਂ ਨੇ ਨਾ। ਕਹਿੰਦੇ ਜਦੋਂ ਵਡਿਆਈ ਕਰਨਾ ਹੈ ਗੁਰੂ ਦੀ, ਉਦੋਂ ਵਿਚਾਰ ਵੀ ਕਰ, ਤੇ ਜਦੋਂ ਵਿਚਾਰ ਕਰਨਾ ਉਦੋਂ ਵਡਿਆਈ ਵੀ ਕਰ। ਮਿਕਸ ਰੱਖ ਦੂਆਂ। ਅਸੀਂ ਕੀ ਕਰਨੇ ਆ? ਵਿਚਾਰਕ ਇਕੱਲੇ ਵਿਚਾਰ ਕਰਦੇ ਨੇ, ਵਡਿਆਈ ਵਾਲੇ ਇਕੱਲੇ ਵਡਿਆਈ ਕਰਦੇ ਨੇ। ਅਜੇ ਵਡਿਆਈ ਦੇ ਵਿੱਚ ਫਿਰ ਵੀ ਸੰਭਾਵਨਾ ਹੈ, ਵਡਿਆਈ ਵਿੱਚੋਂ ਵਿਚਾਰ ਨਿਕਲ ਆਵੇਗੀ, ਸੰਭਾਵਨਾ ਹੈ। ਪਰ ਵਿਚਾਰ ਦੇ ਵਿੱਚੋਂ ਵਡਿਆਈ ਨਿਕਲੇ ਦੀ ਕੋਈ ਸੰਭਾਵਨਾ ਨਹੀਂ ਹੈ, ਉਹ ਤੇ ਕੁਰਾਏ ਪੈ ਜਾਏਗਾ। ਵਡਿਆਈ ਤੇ ਵਿਚਾਰ ਨੂੰ ਜੋੜ ਦਿੱਤਾ ਸੱਚੇ ਪਾਤਸ਼ਾਹ ਨੇ, ਮਸਤਕ ਤੇ ਹਿਰਦੇ ਨੂੰ ਜੋੜ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ। ਵਿਚਾਰ ਕਰੀ ਦੀ ਹੈ ਮਸਤਕ ਨਾਲ, ਵਡਿਆਈ ਕਰੀ ਦੀ ਹਿਰਦੇ ਨਾਲ। ਵਡਿਆਈ ਤੇ ਬੰਦਾ ਕਰੇਗਾ ਹੀ ਤਾਂ ਜੇ ਕਿਸੇ ਦੇ ਪਿਆਰ ਵਿੱਚ ਬਹਿ ਜਾਏ। ਤੇ ਜਿਹੜਾ ਕੋਲ ਖੋਪਰੀ ਵਿੱਚ ਜਿਉਂਦਾ, ਉਹ ਕਹਿੰਦਾ ਕਮਲਾ ਹੋ ਗਿਆ ਇਸ ਬੰਦੇ ਦੀ, ਵੈਸੇ ਹੀ ਵਡਿਆਈ ਕਰੀ ਜਾਂਦਾ। ਪਰ ਉਹ ਵਾਰ-ਵਾਰ ਕਰੀ ਜਾਏਗਾ ਪਿਆਰ ਵਿੱਚ, ਉਹ ਨਹੀਂ ਸੁਣੇਗਾ ਕਿਸੇ ਦੀ, ਦੀਵਾਨਾ ਹੋ ਜਾਏਗਾ। ਹਿਰਦਾ ਔਰ ਮਸਤਕ, ਗੁਰੂ ਨੇ ਗੱਲ ਕੀਤੀ ਵਿਚਾਰ ਤੋਂ ਸ਼ੁਰੂ। ਨਾਮ
ਜਿਹੜਾ ਸੀ ਉਹ ਹਿਰਦੇ ਵਿੱਚ ਵਸਾਇਆ। ਸ਼ੁਰੂ ਕੀਤੀ ਗੱਲ ਮਸਤਕ ਤੋਂ, ਮੱਥੇ ਤੋਂ, ਨਾਮ ਹਿਰਦੇ ਵਿੱਚ ਵਸਾਇਆ। ਗੁਰੂ ਨੇ ਮੱਥੇ ਤੇ ਹੱਥ ਰੱਖਿਆ। ਤੁਸੀਂ ਪੜ੍ਹਦੇ ਗੁਰੂ ਰਾਮਦਾਸ ਜੀ ਦੇ ਸ਼ਬਦ, ਗੁਰ ਹਾਥ ਧਰਿਓ ਮੇਰਾ ਹੀਰੈ ਰਤਨ ਨਾਮ ਹਰ ਵਸਿਆ। ਨਾਮ ਹਿਰਦੇ ਵਿੱਚ ਵਸ ਗਿਆ। ਤੇ ਇੰਟਰ ਕਿੱਥੋਂ ਕੀਤਾ ਨਾਮ? ਗੇਟ ਕਿਹੜਾ? ਗੁਰ ਹਾਥ ਧਰਿਓ ਮੇਰਾ ਮਾਥਾ। ਗੁਰੂ ਨੇ ਪਹਿਲਾਂ ਮੱਥੇ ਤੇ ਹੱਥ ਰੱਖਿਆ। ਮੱਥੇ ਵਿੱਚ ਨਾਮ ਨਹੀਂ ਵਸਦਾ ਹੁੰਦਾ ਸੀ, ਗਲਤੀ ਕਰੀ ਜਾਂਦੇ ਹਾਂ। ਬੜੇ ਲੋਕ ਮੱਥੇ ਵਿੱਚ ਨਾਮ ਵਸਾਉਣ ਦਾ ਯਤਨ ਕਰ ਰਹੇ, ਉਹ ਥਾਂ ਹੀ ਨਹੀਂ ਨਾਮ ਵਾਲੀ। ਅਸੀਂ ਬਾਹਰੋਂ ਕੋਈ ਕੀਮਤੀ ਹੀਰਾ, ਸੋਨਾ ਜਾਂ ਧਨ ਮਾਇਆ ਲੈ ਕੇ ਆਈਏ 10-20 ਲੱਖ ਰੁਪਈਆ, ਉਹਨੂੰ ਗੇਟ ਵਿੱਚ ਟੰਗ ਦਿੰਦੇ ਹਾਂ। ਗੇਟ ਤੇ ਸਿਰਫ ਘਰ ਵਿੱਚ ਲਿਆਉਣ ਦਾ ਸਾਧਨ ਹੈ, ਉਹ ਅੱਗੇ ਕਿਤੇ ਦੂਰ ਹੈ ਖਜ਼ਾਨਾ, ਘਰ ਦੀ ਕੋਣ ਵਿੱਚ। ਤਾਂ ਮਸਤਕ ਨਾਲ ਸਮਝਿਆ ਜਾ ਸਕਦਾ ਹੈ। ਜਿਨ੍ਹਾਂ ਨੇ ਮਸਤਕ ਵਿੱਚ ਧਰਮ ਵਸਾ ਲਿਆ, ਉਹਨਾਂ ਨੇ ਗੇਟ ਤੇ ਟੰਗ ਦਿੱਤੇ ਹੀਰੇ, ਲੈ ਗਏ ਚੁੱਕ ਕੇ, ਹੋਰ ਕੋਈ ਬਾਹਰ ਰੱਖ ਦਿੱਤੇ। ਗਲਤੀ ਕਰ ਲਈ। ਸਤਿਗੁਰੂ ਨੇ ਕਿਹਾ ਦਿਮਾਗ ਸੋਚਣ ਵਾਲੀ ਥਾਂ ਹੈ, ਵਸਾਉਣ ਵਾਲੀ ਨਹੀਂ। ਉਹ ਤੇ ਗੇਟ ਹੈ, ਜ਼ਿੰਦਗੀ ਦਾ ਰਸਤਾ ਹੈ, ਉੱਥੋਂ ਉਹਨੂੰ ਵਰਤਿਆ ਜਾ ਸਕਦਾ ਹੈ। ਪਰ ਤੂੰ ਗੇਟ ਦੇ ਵਿੱਚ ਬੈਠ ਗਿਆ, ਤੂੰ ਉੱਥੇ ਹੀ ਰਹਿਣਾ ਹੈ। ਬੜੇ ਬੜੇ ਵਿਚਾਰਕ ਵਿਚਾਰੇ ਬਸ ਮੱਥੇ ਤੇ ਤਿਉੜੀਆਂ ਪਾ ਕੇ ਰੱਖਦੇ ਨੇ। ਜਿਹੜਾ ਕੋਲੋਂ ਲੰਘਦਾ ਉਹਨੂੰ ਵੀ ਕੋਲੋਂ ਕੋਈ ਨਾ ਕੋਈ ਸੇਕ ਹੀ ਦੇ ਦਿੰਦੇ। ਕੱਲੀ ਵਿਚਾਰ। ਹਜ਼ੂਰ ਨੇ ਕਿਹਾ ਅੰਮ੍ਰਿਤ ਵੇਲਾ ਹੋਵੇ ਤੇ ਵਡਿਆਈ ਤੇ ਵਿਚਾਰ ਸਿੱਖ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਫਿਰ ਕੀ ਹੋਵੇਗਾ? ਕਰਮੀ ਆਵੇ ਕੱਪੜਾ। ਫਿਰ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਇੱਕ ਵਸਤਰ, ਇੱਕ ਕੱਪੜਾ ਮਿਲੇਗਾ। ਕਿਹੜਾ? ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੋ ਪਤ ਮੇਰੀ। ਕਰਮੀ ਆਵੇ ਕੱਪੜਾ। ਜਿਉਂ ਹੀ ਉਹ ਪ੍ਰੇਮ ਦਾ ਕੱਪੜਾ ਮਿਲਿਆ, ਪ੍ਰੇਮ ਤੋਂ ਬਾਅਦ ਨਦਰੀ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਦਿਸ ਪਿਆ। ਆਜ਼ਾਦ ਹੋਣ ਦੇ ਰਸਤੇ ਨਜ਼ਰ ਆ ਗਏ। ਇਸ ਤਰ੍ਹਾਂ ਸਤਿਗੁਰੂ ਸਮਝਾ ਰਹੇ ਨੇ ਕਿ ਜਿਨ੍ਹਾਂ ਨੇ ਵਡਿਆਈ ਤੇ ਵਿਚਾਰ, ਜਪ ਤੇ ਸਿੱਖਿਆ ਨੂੰ ਜੋੜ ਦਿੱਤਾ। ਜਪਣ ਨਾਲ ਐਨਰਜੀ ਪੈਦਾ ਹੁੰਦੀ ਹੈ। ਦੋ ਚੀਜ਼ਾਂ ਸਿੱਖ ਇਕੱਠੀਆਂ ਕਰੇ, ਵਿਚਾਰ ਕਰੇ ਤੇ ਵਡਿਆਈ ਕਰੇ। ਦੋਵਾਂ ਦਾ ਜੋੜ ਇਸ ਤਰ੍ਹਾਂ ਹੈ ਜਿਵੇਂ ਗੱਡੀ ਦਾ ਸਟੀਅਰਿੰਗ ਤੇ ਉਹਦਾ ਇੰਜਨ। ਤੁਰਨ ਦੀ ਸ਼ਕਤੀ ਇੰਜਨ ਵਿੱਚ ਹੈ, ਮੋੜਨ ਦੀ ਸ਼ਕਤੀ ਸਟੀਅਰਿੰਗ ਵਿੱਚ ਹੈ। ਦੋਵੇਂ ਚਾਹੀਦੇ ਨੇ। ਗੁਰੂ ਦੀ ਸਿੱਖਿਆ ਸਟੀਅਰਿੰਗ ਹੈ, ਉਹ ਮੋੜਦੀ ਜੀਵਨ ਨੂੰ। ਪਰ ਇਕੱਲਾ ਸਟੀਅਰਿੰਗ ਮੋੜੀ ਜਾਓ ਇੱਕੋ ਥਾਂ ਤੇ, ਸਾਰਾ ਦਿਨ ਬੈਠ ਕੇ ਕਰੀ ਜਾਓ ਯਾਦ, ਟੌਪਿਕ ਸੁਣਾਈ ਜਾਓ ਲੋਕਾਂ ਨੂੰ। ਇੰਜਨ ਵਿੱਚ ਤੇਲ ਨਹੀਂ ਹੈ, ਸਿਮਰਨ ਹੈ ਹੀ ਨਹੀਂ, ਜਪ ਹੈ ਹੀ ਨਹੀਂ, ਉਹ ਕਿਵੇਂ ਚੱਲੇਗੀ? ਇਸ ਕਰਕੇ ਖੜੇ ਖੜੇ ਚੱਲੀ ਜਾਂਦੇ ਹਾਂ ਅਸੀਂ। ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਚੱਲਦੇ ਸੀ ਉੱਥੇ ਚੱਲੀ ਜਾਂਦੇ ਹਾਂ। ਸਫ਼ਰ ਕਿਵੇਂ ਹੋਵੇਗਾ? ਸਫ਼ਰ ਨਹੀਂ ਹੋਵੇਗਾ ਜਪ ਤੋਂ ਬਿਨਾਂ। ਜਪ ਜ਼ਰੂਰੀ ਹੈ ਸਿੱਖੀ ਵਿੱਚ। ਤਾਂ ਇਹ ਜਿਹੜਾ ਬਚਨ ਕਹਿ ਰਿਹਾ ਸੀ ਗੁਰੂ ਅਰਜਨ ਦੇਵ ਜੀ ਦਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਮੰਤਰ ਦਿੱਤਾ। ਜਦੋਂ ਅੰਦਰ ਵਸ ਗਿਆ ਡਿਗੈ ਨਾ ਡੋਲੇ। ਉਹਦੀ ਨਿਸ਼ਾਨੀ ਕੀ ਹੈ? ਕਿ ਅੰਦਰ ਵਸ ਗਿਆ, ਹੁਣ ਮਨ ਨਹੀਂ ਡੋਲਦਾ। ਇਹ ਨਿਸ਼ਾਨੀ ਉਹਦੀ। ਡਿਗੈ ਨਾ ਡੋਲੇ ਦ੍ਰਿੜ ਕਰ ਰਹੇ ਹੋ। ਸਭ ਤੋਂ ਵੱਡੀ ਨਿਸ਼ਾਨੀ ਕੀ ਹੈ? ਪੂਰਨ ਹੋਏ ਤ੍ਰਿਪਤਾਨੀ। ਮਨ ਤ੍ਰਿਪਤ ਰਹਿੰਦਾ ਦਿਨ ਰਾਤ, ਮਨ ਕਾਹਲਾ ਨਹੀਂ ਪੈਂਦਾ। ਇਹ ਨਿਸ਼ਾਨੀ ਹੈ ਨਾਮ ਦੀ। ਜੇ ਅਸੀਂ ਆਊਟ ਹੋ ਜਾਂਦੇ ਹਾਂ ਕੁਝ ਕਰਦੇ ਕਰਦੇ, ਕਿਸੇ ਵੀ ਕੰਮ ਦੇ ਵਿੱਚ, ਸੰਸਾਰਕ ਵਿੱਚ ਵੀ, ਤਾਂ ਉਹਦੀ ਨਿਸ਼ਾਨੀ ਇਹ ਹੈ ਵੀ ਅਜੇ ਤ੍ਰਿਪਤਾਨੀ ਨਹੀਂ ਹੋਏ। ਡਿਗੈ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ। ਜਿਹੜੀ ਵਿੱਚ ਹਮ ਤੁਮ ਚੱਲਦੀ ਸੀ ਨਾ, ਕਦੀ ਮੈਂ, ਕਦੀ ਤੂੰ, ਕਦੀ ਤੂੰ, ਕਦੀ ਮੈਂ, ਉਹ ਬਿਲਾਨੀ ਚਲੀ ਗਈ। ਹੁਣ ਇੱਕ ਇੱਕ ਪੰਕਤੀ ਦੇ ਵਿੱਚ ਇੱਕ ਇੱਕ ਸਟੈਪ, ਇੱਕ ਇੱਕ ਕਲਾਸ ਦਾ ਵਰਣਨ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਟੌਪਿਕ ਦਿੱਤੇ ਗਏ ਨਾ ਤੁਰਨ ਵਾਸਤੇ। ਰਸਤੇ ਦੀ ਵਿਆਖਿਆ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਸੀਂ ਕਹਿੰਦੇ ਹਾਂ ਇਹਦੀ ਜੀ ਵਿਆਖਿਆ ਕੋਈ ਨਹੀਂ ਹੁੰਦੀ ਧਰਮ ਦੀ।
ਮੰਜ਼ਿਲ ਦੀ ਵਿਆਖਿਆ ਨਹੀਂ, ਮਾਰਗ ਦੀ ਵਿਆਖਿਆ ਹੈ। ਮੰਜ਼ਿਲ ਦੀ ਕੋਈ ਵਿਆਖਿਆ ਨਹੀਂ। ਪਰਮਾਤਮਾ ਦੀ ਜਿੱਥੇ ਮੰਜ਼ਿਲ ਆਉਂਦੀ ਏ ਉਹਦੀ ਨਹੀਂ ਵਿਆਖਿਆ, ਸੱਚ ਹੈ, ਪਰ ਮਾਰਗ ਦੀ ਵਿਆਖਿਆ ਤੇ ਹੈ। ਅਸੀਂ ਮਾਰਗ ਦੀ ਵਿਆਖਿਆ ਵੀ ਬੰਦ ਕਰ ਦਿੱਤੀ। ਮਾਰਗ ਦੀ ਬਿਲਕੁਲ ਵਿਆਖਿਆ ਸਾਫ਼-ਸਾਫ਼ ਦੱਸੀ ਗਈ ਹੈ, ਪਰ ਅਸੀਂ ਕਹਿ ਦਿੱਤਾ ਹੈ ਹੀ ਕੋਈ ਨਹੀਂ, ਨਾ ਹੈ ਤੇ ਨਾ ਤੁਰਨਾ, ਠੀਕ ਹੈ, ਬਸ ਪ੍ਰਸ਼ਾਦਾ ਪਾਣੀ ਚੱਲੀ ਜਾਂਦਾ, ਕੀ ਲੋੜ ਹੈ। ਇਸ ਕਰਕੇ ਇੱਥੇ ਆ ਕੇ ਹਮ ਤੁਮ ਵਿੱਚੋਂ ਚਲਾ ਗਿਆ, ਮੇਰਾ ਤੇਰਾ ਖਤਮ ਹੋ ਗਿਆ। ਇੱਥੇ ਆ ਕੇ ਵਿਅਕਤੀ ਹੌਲੇ ਭਾਰ ਹੋ ਜਾਂਦਾ ਹੈ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ। ਸਤਿਗੁਰੂ ਨੇ ਅਖੀਰ ਤੇ ਬਚਨ ਕੀਤੇ, ਕਹਿਣ ਲੱਗੇ ਕਹੋ ਨਾਨਕ ਨਿਹਚਲ ਘਰ ਬਾਂਧਿਓ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਨੀ। ਅਲੰਕਾਰ ਕਹਿੰਦੇ ਨੇ ਗਹਿਣਿਆਂ ਨੂੰ। ਜਦੋਂ ਗਹਿਣੇ ਕੱਲੇ ਕੱਲੇ ਹੋਣ ਉਹਨਾਂ ਨੂੰ ਕਹੀਦਾ ਕੜਾ ਹੈ, ਇਹ ਛਾਪ ਹੈ। ਜਦੋਂ ਉਹਨਾਂ ਨੂੰ ਬੈਗ ਵਿੱਚ ਪਾ ਦਈਏ ਉਦੋਂ ਕਹੀਦਾ ਸੋਨਾ ਹੈ। ਇਹ ਵਖਰੇਵਾਂ, ਇਹ ਵੱਖਰਾਪਣ ਮਿਟ ਗਿਆ, ਇੱਕ ਹੋ ਗਿਆ ਸਾਰਾ ਕੁਝ, ਸਾਰਾ ਬ੍ਰਹਿਮੰਡ ਇੱਕ ਹੋ ਗਿਆ। ਕਹਿਣ ਲੱਗੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਨੀ। ਅਖੀਰ ਤੇ ਕਿਹਾ ਕਹੋ ਨਾਨਕ ਨਿਹਚਲ ਘਰ ਬਾਂਧਿਓ। ਇੱਕ ਨਿਹਚਲ ਘਰ ਥਾਂ ਮਿਲ ਗਈ, ਗੁਰ ਕੀਨੋ ਬੰਧਾਨੀ, ਜਿਸ ਥਾਂ ਤੇ ਮੌਤ ਨਹੀਂ ਆਉਂਦੀ, ਜਿਸ ਥਾਂ ਤੇ ਜੀਵਨ ਦੀ ਸਮਾਪਤੀ ਨਹੀਂ ਹੁੰਦੀ। ਗੁਰੂ ਨੇ ਇੱਕ ਐਸਾ ਘਰ ਬਣਾ ਕੇ ਦਿੱਤਾ। ਡੱਲੇ ਨੂੰ ਕਿਹਾ ਸੀ ਸਤਿਗੁਰਾਂ ਨੇ, ਉਹਦੇ ਘਰ ਗਏ, ਵੇਖਿਆ ਸਾਰਾ ਕੁਝ। ਬਹੁਤ ਵੱਡਾ ਆਦਮੀ ਸੀ, ਅਮੀਰ, ਹਵੇਲੀ ਬਹੁਤ ਵੱਡੀ। ਇਹਨੇ ਬੇਨਤੀ ਕਰ ਲਈ, ਵੱਡਾ ਮਹਿਲ ਸੀ। ਸਤਿਗੁਰੂ ਨੇ ਕਿਹਾ ਡੱਲਿਆ ਇੱਥੇ ਰਹਿਣ ਵਾਸਤੇ ਬੜਾ ਵੱਡਾ ਘਰ, ਤੇ ਜਦੋਂ ਉੱਥੇ ਜਾਏਗਾ ਉਹਦੇ ਵਾਸਤੇ ਕੀ ਬਣਾਇਆ ਹੈ? ਇੱਥੋਂ ਵਾਸਤੇ ਏਡਾ ਵੱਡਾ ਘਰ, ਅਗਲੇ ਦੀ ਫਿਕਰ ਨਹੀਂ ਤੈਨੂੰ। ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ ਹੈ। ਉੱਥੇ ਕੀ ਕਰੇਗਾ? ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਉੱਥੇ ਕਿਵੇਂ ਚੱਲੇਗਾ? ਤੂੰ ਇੱਥੇ ਫਸਿਆ ਹੋਇਆ। ਡੱਲਾ ਕਹਿੰਦਾ ਮਹਾਰਾਜ ਹੋਰ ਇੱਕ ਕਮਰਾ ਬਣਾ ਦੀ। ਕਹਿੰਦੇ ਇਹਨਾਂ ਕਮਰਿਆਂ ਵਿੱਚ ਨਹੀਂ ਤੂੰ ਰਹਿ ਸਕਦਾ, ਇਹ ਤੇਰੇ ਨਹੀਂ, ਤੇਰੇ ਤੋਂ ਪਹਿਲਾਂ ਬੜੇ ਆਏ ਨੇ, ਇੱਥੇ ਬਹੁਤ ਸਾਰੇ ਬੈਠੇ ਰਹੇ, ਉਹ ਵੀ ਚਲੇ ਗਏ। ਪਹਿਲੀ ਵਾਰੀ ਉਹਨੂੰ ਪਰਲੋਕ ਦੀ ਗੱਲ ਦੱਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਹਿਣ ਲੱਗਾ ਮਹਾਰਾਜ ਤੁਸੀਂ ਕਿਰਪਾ ਕਰਨੀ, ਇੱਕ ਪੀੜ੍ਹੀ ਜਿੰਨਾ ਥਾਂ ਮੈਨੂੰ ਦੇ ਦਿਓ। ਹਜ਼ੂਰ ਨੇ ਕਿਹਾ ਡੱਲਿਆ ਨਹੀਂ। ਡੱਲਾ ਕਹਿੰਦਾ ਮਹਾਰਾਜ ਜੇ ਮੈਂ ਅੰਮ੍ਰਿਤ ਪਾਨ ਕਰਾਂ ਫਿਰ ਥਾਂ ਬਣੇਗੀ? ਕਹਿਣ ਲੱਗੇ ਫਿਰ ਪੀੜ੍ਹੀ ਦੀ ਗੱਲ ਨਾ ਕਰ, ਸਿੰਘਾਸਨ ਦੇ ਦਿਆਂਗਾ ਤੈਨੂੰ, ਜਿਹਦੇ ਉੱਤੇ ਮੈਂ ਬੈਠਾ ਉਹਦੇ ਉੱਤੇ ਬਿਠਾ ਦਿਆਂਗਾ। ਫਿਰ ਪੀੜ੍ਹੀ ਦੀ ਗੱਲ ਛੱਡ ਦੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਉੱਥੇ ਹੀ ਤੈਨੂੰ ਬਿਠਾਵਾਂਗਾ ਜਿੱਥੇ ਮੈਂ ਹਾਂ, ਬਿਲਕੁਲ ਨੀਵਾਂ ਨਹੀਂ ਰੱਖਾਂਗਾ। ਪਰ ਉਹਦੇ ਤੋਂ ਪਹਿਲਾਂ ਤੈਨੂੰ ਕੀਮਤ ਚੁਕਾਉਣੀ ਪਏਗੀ, ਅਦਾ ਕਰਨੀ ਪਏਗੀ। ਉਹ ਕੀਮਤ ਇੱਕੋ ਹੈ, ਹੋਰ ਕੋਈ ਨਹੀਂ। ਉਹ ਕੀਮਤ ਹੈ ਤੈਨੂੰ ਮੇਰੇ ਵਰਗਾ ਬਣਨਾ ਪਏ। ਜਿਵੇਂ ਦਾ ਮੈਂ ਹਾਂ ਉਵੇਂ ਦਾ ਤੈਨੂੰ ਹੋਣਾ ਪਏਗਾ। ਬਸ ਇਹੀ ਇੱਕ ਰਸਤਾ ਹੈ, ਹੋਰ ਕੋਈ ਰਸਤਾ ਨਹੀਂ। ਸੰਸਾਰ ਵਿੱਚ, ਧਰਮ ਵਿੱਚ ਬੜੇ ਰਸਤੇ ਬਣਾਏ ਨੇ ਲੋਕਾਂ ਨੇ। ਜਿੱਥੋਂ ਕੋਈ ਧਰਮ ਸ਼ੁਰੂ ਹੁੰਦਾ ਉੱਥੇ ਰਸਤਾ ਇੱਕੋ ਹੀ ਹੁੰਦਾ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਬੰਦਾ ਰੱਬ ਵਰਗਾ ਹੋ ਜਾਏ। ਉਹਦੇ ਤੋਂ ਬਾਅਦ ਫਿਰ ਸਮਾਂ ਪਾ ਕੇ ਲੋਕ ਆਪੋ ਆਪਣੇ ਰਸਤੇ ਬਣਾ ਲੈਂਦੇ। ਉਹ ਰੱਬ ਵਰਗੇ ਤੇ ਹੋਣਾ ਨਹੀਂ ਚਾਹੁੰਦੇ, ਉਹ ਕਹਿੰਦੇ ਨੇ ਮੇਰੇ ਵਰਗੇ ਬਣੋ ਤੁਸੀਂ, ਆਪਣੇ ਵਰਗੇ। ਤਾਂ ਇਸ ਤਰ੍ਹਾਂ ਦੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੇ ਇਸ ਤਰ੍ਹਾਂ, ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਆਪ ਜੀ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਆ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇੱਥੋਂ ਸ਼ੁਰੂ ਕਰਕੇ
ਕਉ ਨਾਨਕ ਨੇਚਲ ਕਰ ਬਾਂਧਿਓ, ਗੁਰ ਕੀਨੋ ਬੰਦਾਨੀ ਤੱਕ। ਸ਼ੁਰੂਆਤ ਹੈ ਤਨ ਮਨ ਧਨ ਤੋਂ, ਸਮਾਪਤੀ ਹੈ ਨੇਚਲ ਕਰ ਤੇ। ਇੱਥੇ ਸਿੱਖ ਨੇ ਪਹੁੰਚਣਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਇਹਨਾਂ ਸ਼ਬਦਾਂ ਦੇ ਵਿੱਚ, ਬਹੁਤੇ ਸ਼ਬਦਾਂ ਵਿੱਚ ਕਿਹਾ, ਕੁਝ ਵੀ ਰਹਿਣਾ ਨਹੀਂ, ਕੁਝ ਵੀ ਟਿਕਣਾ ਨਹੀਂ। ਫਿਰ ਕਿਸੇ ਨੇ ਪੁੱਛਿਆ, ਮਹਾਰਾਜ ਫਿਰ ਹੈ ਕੀ ਸੰਸਾਰ, ਫਿਰ ਹੈ ਕੀ ਉਪਦੇਸ਼, ਬਾਣੀ ਕਾਹਦੇ ਵਾਸਤੇ ਜੇ ਆਪਾਂ ਰਹੇ ਨਾ। ਸਤਿਗੁਰਾਂ ਨੇ ਕਿਹਾ, ਨਹੀਂ, ਉਹ ਰਹੇਗਾ ਜੋ ਪਹਿਲਾਂ ਵੀ ਸੀ ਸਰੀਰ ਤੋਂ, ਜੋ ਸਰੀਰ ਤੇ ਜਾਣ ਤੋਂ ਬਾਅਦ ਵੀ ਰਹਿੰਦਾ ਹੈ, ਪਹਿਲਾਂ ਵੀ ਹੈ ਸੀ। ਜੋ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਸਦੀਵ ਕਾਲ ਵਾਸਤੇ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਨਾਮ ਰਹਿਓ, ਨਾਮ ਰਹੇਗਾ। ਨਾਮ ਕੀ ਹੈ? ਨਾਮ ਆਪਾਂ ਜਪਨੇ ਹਾਂ। ਨਾਮ ਇੱਕ ਆਵਾਜ਼, ਇੱਕ ਸ਼ਬਦ, ਇੱਕ ਤਰੰਗ ਹੈ। ਨਾਮ ਇੱਕ ਹੋਂਦ ਹੈ। ਇਹ ਨਾਮ ਕੋਈ ਕੇਵਲ ਕਲਪਿਤ ਅੱਖਰਾਂ ਤੱਕ ਸੀਮਿਤ ਨਹੀਂ ਹੁੰਦਾ। ਇੱਥੇ ਜੋ ਨਾਮ ਰਹਿਓ ਕਹਿ ਰਹੇ ਨੇ, ਇਹਦੇ ਅਰਥ ਨੇ ਨਾਮ ਦਾ ਉਹ ਸਰੂਪ, ਅੱਖਰ ਤੇ ਉਹਨੂੰ ਪ੍ਰਗਟ ਕਰਦਾ ਸਿਰਫ ਕਿ ਇਹ ਨਾਮ ਹੈ। ਜਦੋਂ ਅਸੀਂ ਬੋਲਨੇ ਹਾਂ, ਸ਼ਬਦ ਉਦੋਂ ਬਣਦਾ ਜਦੋਂ ਬੋਲੀਦਾ ਹੈ। ਜਿੰਨਾ ਚਿਰ ਬੋਲਦੇ ਨਹੀਂ ਉਹਨਾਂ ਚਿਰ ਸ਼ਬਦ ਨਹੀਂ ਬਣਦਾ, ਉਹਨਾਂ ਚਿਰ ਭਾਸ਼ਾ ਰਹਿੰਦੀ ਹੈ। ਤਾਂ ਕਹਿੰਦੇ ਨੇ ਨਾਮ ਸਦਾ ਹੀ ਕਾਇਮ ਰਹੇਗਾ। ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਨਾਮ ਸੀ, ਉਦੋਂ ਵੀ ਸ਼ਬਦ ਸੀ। ਬ੍ਰਹਿਮੰਡ ਦੇ ਵਿੱਚ ਅਕਾਲ ਪੁਰਖ ਤੋਂ ਬਾਅਦ ਜਿਹੜੀ ਦੂਜੀ ਸ਼ਕਤੀ ਹੈ ਉਹ ਸ਼ਬਦ ਹੈ, ਨਾਮ ਹੈ। ਨਾਮ ਤੋਂ ਅੱਗੇ ਸਾਰਾ ਸੰਸਾਰ ਬਣੇ। ਇਹ ਤਿੰਨ ਚੀਜ਼ਾਂ ਬਣਾਈਆਂ ਨੇ। ਪਹਿਲਾਂ ਉਹ ਖੁਦ ਆਪ, ਉਹਦੇ ਤੋਂ ਬਾਅਦ ਉਹਨੇ ਆਪਣੇ ਵਿੱਚੋਂ ਇੱਕ ਆਵਾਜ਼ ਪੈਦਾ ਕੀਤੀ, ਇੱਕ ਸ਼ਬਦ ਪੈਦਾ ਕੀਤਾ। ਫਿਰ ਉਸ ਸ਼ਬਦ ਦੇ ਵਿੱਚੋਂ ਕੁਦਰਤ ਬਣੀ, ਮਾਇਆ ਬਣੀ। ਫਿਰ ਮਾਇਆ ਦਾ ਇੰਨਾ ਕੁ ਪਸਾਰਾ ਖਿਲਰ ਗਿਆ ਜਿਸ ਦਾ ਕੋਈ ਅੰਤ ਨਹੀਂ ਹੈ। ਇਹ ਹੈ ਸੰਸਾਰ ਵਿੱਚ ਆਉਣ ਦਾ ਰਸਤਾ। ਤੇ ਜਦੋਂ ਕੋਈ ਵਾਪਸ ਜਾਂਦਾ ਹੈ ਉਦੋਂ ਵੀ ਰਸਤਾ ਇਹ ਹੈ। ਪਹਿਲਾਂ ਆਦਮੀ ਕੁਦਰਤ ਨਾਲ ਜੁੜੇਗਾ। ਜਿਉਂ ਕੋਈ ਪਰਮਾਤਮਾ ਦੇ ਰਸਤੇ ਤੁਰਦਾ, ਕੁਦਰਤ ਉਹਦੇ ਰਾਹ ਵਿੱਚ ਆਉਂਦੀ। ਜੋ ਕੁਝ ਕੁਦਰਤ ਵਿੱਚ, ਕਾਇਨਾਤ ਵਿੱਚ ਬਣਿਆ ਹੋਇਆ ਉਹਦੇ ਅੱਗੇ ਆ ਕੇ ਖੜਾ ਹੋ ਜਾਏਗਾ। ਜਿਨ੍ਹਾਂ ਜਿਨ੍ਹਾਂ ਨੇ ਇਸ ਰਸਤੇ ਤੇ ਪੈਰ ਰੱਖਿਆ, ਕੁਦਰਤ ਪਹਿਲਾਂ ਅੱਗੇ ਖੜੀ ਹੋ ਜਾਏਗੀ। ਸਾਰੀਆਂ ਸ਼ਕਤੀਆਂ ਉਹਦੇ ਸਾਹਮਣੇ ਆਉਣਗੀਆਂ, ਕਿਉਂਕਿ ਰਸਤਾ ਹੀ ਇਹ ਹੈ, ਹੋਰ ਕੋਈ ਰਾਹ ਹੀ ਨਹੀਂ। ਪਹਿਲਾਂ ਕੁਦਰਤ, ਉਹਦੇ ਤੋਂ ਅੱਗੇ ਨਾਮ ਆਵੇਗਾ, ਫਿਰ ਉਹਦੇ ਤੋਂ ਅੱਗੇ ਸ਼ਬਦ ਆਏਗਾ। ਉਹਦੇ ਨਾਲ ਸਿੱਖ ਨਾਤਾ ਜੋੜੇਗਾ ਤੇ ਸ਼ਬਦ ਆਇਆ ਅਕਾਲ ਪੁਰਖ ਦੇ ਦੇਸ਼ ਵਿੱਚੋਂ, ਉਹਦੇ ਤੱਕ ਲੈ ਜਾਏਗਾ, ਉਹਦੇ ਨਾਲ ਕਨੈਕਸ਼ਨ ਕਰ ਦੇਗਾ, ਜੋੜ ਦੇਗਾ, ਸੰਪਰਕ ਕਰ ਦੇਗਾ। ਪਰ ਜਿੰਨਾ ਚਿਰ ਸਾਡੇ ਕੋਲ ਕਨੈਕਸ਼ਨ ਨਹੀਂ, ਅਸੀਂ ਨਾਮ ਤੇ ਜਪੀ ਜਾਂਦੇ ਹਾਂ। ਸਾਡੇ ਕੋਲ ਸੈੱਲ ਫੋਨ ਹੈ, ਨੰਬਰ ਤੇ ਅਸੀਂ ਕਰਕੇ ਵਿੱਚ ਲਿਖ ਸਕਦੇ ਹਾਂ, ਸਾਡੇ ਕੋਲ ਨੰਬਰ ਲਿਖੇ ਹੋਏ ਨੇ। ਪਰ ਜਿੰਨਾ ਚਿਰ ਉਹ ਸੈਂਟਰ ਨਾਲ ਅਸੀਂ ਕਨੈਕਸ਼ਨ ਨਹੀਂ ਲੈਂਦੇ, ਉਹਦੇ ਤੋਂ ਲਿਖਿਤ ਤੌਰ ਤੇ ਨੰਬਰ ਨਹੀਂ ਲੈਂਦੇ, ਜਾਂ ਸਾਡਾ ਬੈਲੈਂਸ ਖਤਮ ਹੋ ਗਿਆ ਤੇ ਚੱਲਦਾ ਨਹੀਂ, ਨੰਬਰ ਹੈ ਨਹੀਂ। ਜਦੋਂ ਅਸੀਂ ਡਾਇਲ ਕਰਨੇ, ਉਹ ਆਵਾਜ਼ ਆਉਂਦੀ ਵੀ ਤੁਹਾਡੇ ਖਾਤੇ ਵਿੱਚ ਕੁਝ ਨਹੀਂ ਹੈ। ਤਾਂ ਇਸ ਤਰ੍ਹਾਂ ਤੁਹਾਡਾ ਕਨੈਕਸ਼ਨ ਨਹੀਂ ਬਣੇਗਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਨੈਕਸ਼ਨ ਤੇ ਲੈ ਲਿਆ, ਪੰਜ ਪਿਆਰਿਆਂ ਤੋਂ ਅੰਮ੍ਰਿਤ ਤੇ ਪਾਨ ਕਰ ਲਿਆ, ਪਰ ਬੈਲੈਂਸ ਨਹੀਂ ਪਾਉਂਦੇ। ਸਵੇਰੇ ਘੰਟਾ ਬੈਲੈਂਸ ਨਹੀਂ ਪਾਉਂਦੇ, ਡਾਇਲ ਕਰਦੇ ਰਹਿੰਦੇ ਆ। ਫਿਰ ਕਹਿੰਦੇ ਆ ਜੀ ਮਿਲਦਾ ਨਹੀਂ, ਫੋਨ ਨਹੀਂ ਮਿਲਦਾ। ਸਿੱਖ ਬੈਲੈਂਸ ਤੇ ਪਾਉਂਦਾ ਨਹੀਂ, ਨਿਤਨੇਮ ਦਾ ਵਿੱਚ ਡਾਇਲ ਕਰੀ ਜਾਂਦਾ। ਵੇਖਣ ਵਾਲੇ ਕਹਿੰਦੇ, ਜਦੋਂ ਕਈ ਆਦਮੀ ਅੱਜ ਕੱਲ੍ਹ ਤੇ ਰਿਵਾਜ ਬਣ ਗਏ, ਜਦੋਂ ਸੜਕ ਤੇ ਤੁਰਨਾ ਉਦੋਂ ਫੋਨ ਜ਼ਰੂਰ ਕੰਨ ਨੂੰ ਲਾਉਣਾ, ਭਾਵੇਂ ਕਿਸੇ ਨੂੰ ਨਾ ਵੀ ਮਿਲਾਇਆ ਹੋਵੇ। ਲੋਕ ਡਿੱਗ ਪੈਂਦੇ ਨੇ, ਟ੍ਰੈਫਿਕ ਦੇ ਵਿੱਚੋਂ ਨਿਕਲ ਜਾਂਦੇ ਨੇ ਫੋਨ ਕੰਨਾਂ ਨੂੰ ਲਾ ਕੇ। ਤਾਂ ਜਿੰਨਾ ਚਿਰ ਉਹਦੇ ਵਿੱਚ ਬੈਲੈਂਸ ਨਹੀਂ, ਨੰਬਰਾਂ ਦਾ ਕੋਈ ਅਰਥ ਨਹੀਂ। ਜਿੰਨਾ ਚਿਰ ਸਿੱਖ ਦੇ ਕੋਲ ਨਿਤਨੇਮ ਨਹੀਂ, ਸੇਵਾ ਸਿਮਰਨ ਨਹੀਂ, ਉਹਨਾਂ ਚਿਰ ਇਹਨਾਂ ਬਾਹਰਲੇ ਜਿਹੜੇ ਕਰਮ ਨੇ, ਚਲੋ ਚੋਟ ਨਾ ਲੱਗੇ ਕਿਸੇ ਨੂੰ, ਇਹ ਤਾਂ ਹੀ ਕੰਮ ਦੇਣਗੇ
ਜੇ ਅੰਦਰ ਉਹ ਬੈਲੈਂਸ ਹੈ, ਉਹ ਧਨ ਹੈ, ਫਿਰ ਲੱਗੇਗਾ ਫੋਨ, ਫਿਰ ਕਨੈਕਸ਼ਨ ਹੋ ਜਾਏਗਾ। ਨਾਮ ਉਹ ਚੀਜ਼, ਨਾਮ ਦੇ ਅਰਥ ਨੇ ਬੈਲੈਂਸ। ਉਹ ਅਕਾਊਂਟ, ਉਹਦਾ ਖਾਤਾ, ਉਹਦੇ ਵਿੱਚ ਮਾਇਆ ਹੈ, ਉਹਦੇ ਨਾਲ ਜੁੜਿਆ ਜਾ ਸਕਦਾ। ਤਾਂ ਇਹਨੂੰ ਧਨ ਕਿਹਾ ਸਤਿਗੁਰੂ ਨੇ। ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਹ ਨਾਮ ਰਹਿਓ, ਇਹ ਸਦਾ ਰਹਿੰਦਾ ਹੈ। ਫਿਰ ਜਿਸ ਮਨੁੱਖ ਦੇ ਸੁਰਤ ਵਿੱਚ ਨਾਮ ਵਸ ਜਾਂਦਾ ਹੈ, ਉਹ ਵੀ ਸਥਿਰ ਹੋਣ ਵਾਲੇ ਪਾਸੇ ਤੁਰ ਪੈਂਦਾ ਹੈ। ਨਾਮ ਰਹਿਓ, ਸਾਧੂ ਰਹਿਓ। ਸਾਧੂ ਦੇ ਅਰਥ ਨੇ ਸਾਧਨਾ ਕਰਨ ਵਾਲਾ, ਗੁਰਮੁਖ, ਗੁਰਸਿੱਖ, ਸੰਤ ਜਨ। ਉਹ ਸਥਿਰ ਰਹਿ ਜਾਂਦਾ ਹੈ। ਉਹਦਾ ਸਰੀਰ ਦੀ ਗੱਲ ਨਹੀਂ, ਆ ਜਿਹੜਾ ਪੰਜ ਭੌਤਿਕ ਹੈ, ਇਕੱਲੇ ਸਰੀਰ ਦੀ ਗੱਲ ਨਹੀਂ ਕਰ ਰਹੇ, ਉਹਦੇ ਅੰਦਰਲੇ ਦੀ ਗੱਲ ਕਰ ਰਹੇ ਨੇ। ਪਰ ਉਹਦੇ ਕੋਲ ਇੰਨੀ ਸ਼ਕਤੀ ਆ ਜਾਂਦੀ ਹੈ, ਇੰਨੀ ਬਖਸ਼ਿਸ਼ ਆ ਜਾਂਦੀ, ਇੰਨਾ ਵਿਗਿਆਨ ਮਿਲ ਜਾਂਦਾ ਕਿ ਉਹ ਸਰੀਰ ਨੂੰ ਖਤਮ ਵੀ ਕਰ ਸਕਦਾ, ਸਰੀਰ ਨੂੰ ਫਿਰ ਪੈਦਾ ਕਰ ਸਕਦਾ ਹੈ। ਉਹਦੇ ਵਿੱਚ ਇੰਨੀ ਸ਼ਕਤੀ, ਭਾਵੇਂ ਇਹ ਚੀਜ਼ਾਂ ਓਪਨਲੀ ਨਹੀਂ ਹਨ, ਪਰ ਹੈਨ ਜ਼ਰੂਰ, ਕੰਮ ਕਰਦੀਆਂ ਨੇ ਸਾਰੀਆਂ ਚੀਜ਼ਾਂ। ਤਾਂ ਨਾਮ ਜਿਹੜਾ ਹੈ ਸਰੀਰ ਪੈਦਾ ਕਰ ਲੈਂਦਾ ਹੈ, ਸਰੀਰ ਖਤਮ ਕਰ ਸਕਦਾ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਅਸੀਂ ਸਮਝਦੇ ਹਾਂ ਨਾ ਕਿ ਨਾਮ ਵਿੱਚੋਂ, ਸ਼ਬਦ ਵਿੱਚੋਂ ਸਾਰਾ ਸੰਸਾਰ ਬਣਿਆ, ਫਿਰ ਉਹਦੇ ਨਾਲ ਕੀ ਨਹੀਂ ਬਣਾਇਆ ਜਾ ਸਕਦਾ? ਉਸ ਨਾਮ ਨਾਲ ਸਭ ਕੁਝ ਪੈਦਾ ਕੀਤਾ ਜਾ ਸਕਦਾ। ਇਸ ਲਈ ਕਹਿੰਦੇ ਸਾਧੂ ਰਹਿਓ, ਉਹਦੀ ਹੋਂਦ ਵੀ ਬਰਕਰਾਰ ਹੋ ਜਾਂਦੀ ਹੈ, ਉਹ ਟਿਕ ਜਾਂਦੀ ਹੈ। ਤੀਸਰੀ ਚੀਜ਼ ਕਹਿੰਦੇ ਰਹਿਓ ਗੁਰ ਗੋਬਿੰਦ। ਗੁਰੂ ਦਾ ਉਹ ਰੂਪ ਜਿਹੜਾ ਨਿਰਾਕਾਰ ਸ਼ਬਦ ਹੈ, ਉਹ ਵੀ ਸਦਾ ਕਾਇਮ ਰਹਿੰਦਾ ਹੈ, ਸਦਾ ਹੀ ਬਣਿਆ ਰਹਿੰਦਾ। ਗੁਰੂ ਵੀ ਕਾਇਮ ਰਹਿੰਦਾ, ਔਰ ਗੁਰੂ ਦੇ ਮਾਰਗ 'ਤੇ ਤੁਰਨ ਵਾਲਾ ਸਾਧੂ ਤੇ ਨਾਮ, ਇਹ ਤਿੰਨੇ ਚੀਜ਼ਾਂ ਸਦਾ ਹੀ ਕਾਇਮ ਰਹਿੰਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਜੇ ਕਿਸੇ ਨੇ, ਕੱਕੇ ਨੂੰ ਸਿਆਰੀ ਹੈ, ਪ੍ਰਸ਼ਨਵਾਚਕ ਹੈ, ਜੇ ਕਿਸੇ ਨੇ ਇਸ ਜਗਤ ਵਿੱਚ ਰਹਿੰਦਿਆਂ ਗੁਰੂ ਦੇ ਮੰਤਰ ਦਾ ਜਪ ਕੀਤਾ, ਉਹਨੂੰ ਜਪਿਆ ਔਰ ਗੁਰੂ ਦੀ ਸਲਾਹ ਨੂੰ ਮੰਨਿਆ, ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਗੁਰੂ ਨੇ ਸਲਾਹ ਦਿੱਤੀ, ਉਹਨੂੰ ਮੰਨ ਲਿਆ, ਇਹ ਵੀ ਮੰਤਰ ਜਪਣਾ, ਤੇ ਗੁਰੂ ਦੇ ਮੰਤਰ ਨੂੰ, ਸ਼ਬਦ ਦਾ ਜਪ ਕੀਤਾ, ਬੋਲਿਆ ਉਸ ਨੂੰ, ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਜਿਨ੍ਹਾਂ ਨੇ ਇਹ ਕੰਮ ਕੀਤਾ ਇਸ ਜਗਤ ਦੇ ਵਿੱਚ, ਉਹ ਸਾਧੂ ਹੋ ਗਏ, ਉਹ ਸਦੀਵ ਵਾਸਤੇ ਜਿਉਂਦੇ ਹੋ ਗਏ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ, ਉਹਨਾਂ ਨੂੰ ਜੀਵਨ ਮਿਲ ਗਿਆ। ਅਖੀਰਲਾ 57 ਨੰਬਰ ਸ਼ਲੋਕ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਮ ਨਾਮ ਉਰ ਮੈਂ ਗਹਿਓ, ਜਾਂ ਕੈ ਸਮ ਨਹੀਂ ਕੋਇ। ਰਾਮ ਨਾਮ, ਵਾਹਿਗੁਰੂ ਦਾ ਨਾਮ, ਗੁਰੂ ਦਾ ਦਿੱਤਾ ਹੋਇਆ ਸ਼ਬਦ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਖਸ਼ਿਸ਼ ਕੀਤੇ ਹੋਏ ਪੰਜ ਪਿਆਰਿਆਂ ਵੱਲੋਂ ਸ਼ਬਦ, ਉਹਨਾਂ ਨੂੰ ਜਿਸ ਮਨੁੱਖ ਨੇ, ਉਰ ਦਾ ਅਰਥ ਹੈ ਹਿਰਦਾ, ਗਇਓ ਦਾ ਅਰਥ ਹੈ ਪਕੜਨਾ, ਜਿਸ ਮਨੁੱਖ ਨੇ ਆਪਣੇ ਹਿਰਦੇ ਦੇ ਰਾਹੀਂ ਉਸ ਗੁਰੂ ਦੇ ਸ਼ਬਦ ਨੂੰ ਜਪ ਜਪ ਕੇ ਪਕੜ ਲਿਆ, ਕਿਉਂਕਿ ਹਿਰਦਾ ਤਾਂ ਪਕੜੇਗਾ ਜੇ ਜਪੇਗਾ, ਤੇ ਜੇ ਰਸਨਾ ਜਪੇਗੀ ਹਿਰਦਾ ਤਾਂ ਹੀ ਖਿੱਚੇਗਾ ਨਾ, ਸਿੱਧਾ ਨਹੀਂ ਖਿੱਚੇਗਾ। ਆ ਜਦੋਂ ਪੰਜ ਪਿਆਰੇ ਅੰਮ੍ਰਿਤ ਬਣਾਉਂਦੇ ਨੇ, ਤਿਆਰ ਕਰਦੇ ਨੇ, ਜਪਦੇ ਨੇ ਜਪਜੀ ਸਾਹਿਬ ਨੂੰ, ਜਾਪ ਸਾਹਿਬ ਨੂੰ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਬੋਲਦੇ ਨੇ, ਤੇ ਜਿਹੜਾ ਬਾਟਾ ਹੁੰਦਾ ਨਾ ਸਰਬਲੋ ਦਾ, ਉਹ ਹਿਰਦੇ ਵਰਗਾ ਹੈ, ਹਿਰਦੇ ਦਾ ਆਕਾਰ ਹੈ, ਉੱਤੇ ਬੋਲਿਆ ਜਾ ਰਿਹਾ ਤੇ ਉਹਦੇ ਵਿੱਚ ਖੰਡਾ ਫਿਰ ਰਿਹਾ ਹੈ। ਜਦੋਂ ਉਹਦੀ ਰਗੜ ਪੈਂਦੀ ਹੈ ਖੰਡੇ ਦੀ ਤੇ ਬਾਟੇ ਦੀ, ਉਸ ਪਾਣੀ ਦੇ ਵਿੱਚ ਇੱਕ ਵਿਸ਼ੇਸ਼ ਚੁੰਬਕ ਬਣਦੀ ਹੈ, ਜਿਹੜੀ ਚੁੰਬਕ ਸਿਰਫ ਸ਼ਬਦ ਨੂੰ ਖਿੱਚਦੀ, ਹੋਰ ਕਿਸੇ ਚੀਜ਼ ਨੂੰ ਨਹੀਂ ਖਿੱਚਦੀ। ਉਹਦੇ ਵਿੱਚ ਇਹ ਵਿਸ਼ੇਸ਼ਤਾ ਹੈ, ਸ਼ਬਦ ਨੂੰ ਖਿੱਚੇਗੀ। ਜਿਵੇਂ ਇਸ ਮਾਈਕ ਦੇ ਵਿੱਚ ਐਸੀਆਂ ਤਰੰਗਾਂ ਨੇ ਜਿਹੜੀਆਂ ਕੱਪੜੇ ਨੂੰ ਨਹੀਂ ਖਿੱਚਦੀਆਂ, ਸਿਰਫ ਆਵਾਜ਼ ਨੂੰ ਖਿੱਚਦੀਆਂ। ਆਵਾਜ਼ ਬੋਲੋ ਤੇ ਉਹ ਖਿੱਚ ਕੇ ਵਿੱਚ ਲੈ ਜਾਣਗੀਆਂ।
ਹੋਰ ਕਿਸੇ ਚੀਜ਼ ਨੂੰ ਨਹੀਂ ਖਿੱਚਣਗੀਆਂ। ਇੱਥੇ ਕਾਗਜ਼ ਰੱਖ ਦਿਓ, ਰੂਈ ਰੱਖ ਦਿਓ, ਕੱਪੜਾ ਰੱਖ ਦਿਓ, ਸ਼ਬਦ ਨੂੰ ਖਿੱਚਣਗੀਆਂ। ਜਿਸ ਥਾਂ ਤੇ ਖੰਡੇ ਤੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਪੰਜ ਪਿਆਰਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਉਸ ਪਾਣੀ ਵਿੱਚ ਜਦੋਂ ਖੰਡਾ ਫੇਰਿਆ ਜਾਂਦਾ ਉੱਥੇ ਇੱਕ ਚੁੰਬਕ ਪੈਦਾ ਹੋ ਜਾਂਦੀ ਉਸ ਪਾਣੀ ਵਿੱਚ। ਉੱਪਰ ਜੋ ਜਪਜੀ ਸਾਹਿਬ ਪੜ੍ਹਿਆ ਜਾਂਦਾ ਤੇ ਉਹ ਸ਼ਬਦ, ਉਹ ਚੁੰਬਕ ਜਿਹੜੀ ਉਹਨਾਂ ਸ਼ਬਦਾਂ ਨੂੰ ਆਪਣੇ ਵਿੱਚ ਖਿੱਚ ਲੈਂਦੀ ਪਾਣੀ ਵਿੱਚ। ਫਿਰ ਉਹ ਅੰਮ੍ਰਿਤ ਤਿਆਰ ਹੋ ਗਿਆ, ਅੰਮ੍ਰਿਤ ਬਣ ਗਿਆ। ਫਿਰ ਉਸ ਅੰਮ੍ਰਿਤ ਦਾ ਅਸਰ ਹੈ, ਜਿਨ੍ਹਾਂ ਨੇ ਪਿਆਰ ਨਾਲ ਪੀਤਾ ਉਹਨਾਂ ਨੂੰ ਪੁੱਛ ਕੇ ਵੇਖੋ, ਕਈ ਦਿਨ ਤੱਕ ਉਹਦਾ ਨਿਰੰਤਰ ਅਸਰ ਰਹਿੰਦਾ ਹੈ। ਭਾਵੇਂ ਕੋਈ ਨਾਮ ਹੀ ਜਪੇ ਤਾਂ ਵੀ ਪ੍ਰਭਾਵ ਰਹਿੰਦਾ। ਤੇ ਜੇ ਸਿੱਖ ਉਹਨੂੰ ਅੱਗੋਂ ਪਕੜ ਲਵੇ, ਰਾਮ ਨਾਮ ਉਰ ਮੈਂ ਗਇਓ, ਜਿਹੜਾ ਉਸ ਨਾਮ ਨੂੰ ਹਿਰਦੇ ਵਿੱਚ ਪਕੜ ਲੈ, ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਾ ਕੈ ਸਮ ਨਹੀਂ ਕੋਏ, ਉਸ ਮਨੁੱਖ ਦੇ ਸਮ, ਉਹਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਉਹ ਸਭ ਤੋਂ ਮਹਾਨ ਹੈ। ਯਾਨੀ ਕਿ ਸਾਰੇ ਧਰਮਾਂ ਦੀਆਂ ਪ੍ਰਕਿਰਿਆਵਾਂ ਹਨ, ਜਿੰਨੀਆਂ ਵੀ ਸਾਧਨ ਨੇ, ਉਹਨਾਂ ਸਾਰੀਆਂ ਦੇ ਵਿੱਚੋਂ ਇਹ ਉੱਚੀ ਹੈ ਕਿ ਹਿਰਦੇ ਵਿੱਚ ਨਾਮ ਪਕੜ ਲਿਆ ਜਾਏ। ਉਹੀ ਥਾਂ ਹੈ ਉਸ ਨਾਮ ਨੂੰ ਜਪਣ ਦੀ। ਤਾਂ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ, ਮਨ ਵਿੱਚ ਡੂੰਘੇ ਥਾਂ ਤੇ ਉਸ ਨਾਮ ਨੂੰ ਪਕੜ ਲਿਆ, ਉਹਨਾਂ ਦੇ ਸਮ, ਉਹਨਾਂ ਦੇ ਬਰਾਬਰ ਕੋਈ ਨਹੀਂ। ਉਹਦੇ ਨਾਲ ਫਿਰ ਕੀ ਪ੍ਰਾਪਤੀ ਹੁੰਦੀ? ਸਾਹਿਬ ਕਹਿੰਦੇ ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਜ਼ਿੰਦਗੀ ਦੇ ਜਿੰਨੇ ਵੀ ਸੰਕਟ ਹਨ, ਜਿੰਨੇ ਵੀ ਰੁਕਾਵਟਾਂ ਹਨ, ਜਿੰਨੇ ਦੁੱਖ ਹਨ, ਤੇ ਸਭ ਤੋਂ ਵੱਡਾ ਸੰਕਟ ਹੈ ਜਿਹਦੇ ਅਸੀਂ ਬਿਲਕੁਲ ਕੋਲ ਹਾਂ, ਉਹਦੇ ਦਰਸ਼ਨ ਤੋਂ ਵਾਂਝੇ ਹਾਂ। ਇਸ ਸੰਕਟ ਨੂੰ ਕੱਟ ਦਿੱਤਾ ਉਸ ਹਿਰਦੇ ਦੇ ਨਾਮ। ਉਹ ਦੀਵਾਰ ਤੋੜ ਦਿੱਤੀ ਜੋ ਪਰਮਾਤਮਾ ਵਿੱਚ ਤੇ ਮਨੁੱਖ ਵਿੱਚ ਖੜੀ ਸੀ, ਭਰਮ ਦੀ, ਅਗਿਆਨ ਦੀ। ਉਹਨੂੰ ਤੋੜ ਦਿੱਤਾ, ਸੰਕਟ ਮਿਟ ਗਏ, ਦੁੱਖ ਮਿਟ ਗਏ, ਮੁਸੀਬਤਾਂ ਮਿਟ ਗਈਆਂ, ਜੀਵਨ ਖਲਾਸ ਹੋ ਗਿਆ, ਸੁਤੰਤਰ ਹੋ ਗਿਆ। ਦਰਸ ਤੁਹਾਰੋ ਹੋਏ, ਪਰਮਾਤਮਾ ਦੇ ਦਰਸ਼ਨ ਹੋਏ, ਉਹਦੇ ਦਰਸ਼ਨ ਪ੍ਰਾਪਤ ਹੋਏ। ਸੋ ਇੱਥੋਂ ਤੱਕ 57 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਹਨ। ਹੁਣ ਥੋੜ੍ਹੇ ਮਿੰਟਾਂ ਵਾਸਤੇ ਆਪਾਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿੰਨੇ ਸ਼ਲੋਕ ਨੇ 57, ਉਹਨਾਂ ਦਾ ਪਾਠ ਕਰਨਾ ਹੈ।